ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। इस वक्त वॉइस ऑफ सिटी 3020 AM ਤੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਜੁੜ ਚੁੱਕੇ ਨੇ। ਪੱਟੀ ਸਾਹਿਬ ਵੈਲਕਮ ਜੀ, ਆਇਆਂ ਨੂੰ ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ, ਬੜੀ ਕਿਰਪਾ। ਤੁਸੀਂ ਸੁਣਾਓ ਜੀ। ਜੀ, ਕਿਸਾਨਾਂ ਨੇ ਅਦਾਲਤ ਲਾਉਣੀ ਹੈ, ਪਹਿਲਾਂ ਉਹਨਾਂ ਨੇ ਲਾਈ ਸੀਗੀ ਜੀ 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 ਦਿੱਲੀ ਦੇ ਵਿੱਚ ਸੰਸਦ ਚਲਾਈ, ਹੁਣ ਉਹਨਾਂ ਨੇ ਅਦਾਲਤ ਲਾਉਣੀ ਹੈ। ਕੀ ਬਾਤ ਹੈ ਜੀ ਜੀ। ਇਹਨੂੰ ਕਹਿੰਦੇ ਕਿਸਾਨ ਪੜ੍ਹਿਆ ਲਿਖਿਆ, ਵੀ ਆ ਜਾਓ ਵੀ ਤੁਹਾਨੂੰ ਚਾਰ ਚਫੇਰੇ ਆਪਾਂ ਘੇਰਨਾ। ਪਰ ਉਹਦੇ ਵਿੱਚ ਆ ਜਿਹੜੇ ਭਾਜਪਾ ਵਾਲੀ ਪਾਰਟੀ ਆ ਉਹਨੂੰ ਸਾਈਡ ਤੇ ਕੀਤਾ ਵੀ ਨਹੀਂ ਵੀ ਤੁਸੀਂ ਨਹੀਂ, ਬਾਕੀ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੱਦੇ ਨੇ। ਪਰ ਪਤਾ ਲੱਗਾ ਹੈ ਕਿ ਨਵਜੋਤ ਸਿੰਘ ਸਿੱਧੂ ਖੁਦ ਹਾਜ਼ਰ ਹੋ ਰਹੇ ਨੇ। ਬਿਲਕੁਲ ਜੀ, ਸਿੱਧੂ ਸਾਹਿਬ ਨੇ ਆਪ ਇੰਨੀ ਇੱਛਾ ਜ਼ਾਹਰ ਕੀਤੀ ਹੈ ਕਿ ਉਹਦੇ ਵਿੱਚ ਇਹਨਾਂ ਨੇ ਪੰਜ ਨੁਮਾਇੰਦੇ ਬੁਲਾਏ ਹਰ ਪਾਰਟੀ ਦੇ। ਤੇ ਸਿੱਧੂ ਸਾਹਿਬ ਨੇ ਖੁਦ ਇੰਨੀ ਗੱਲ ਕਹੀ ਕਿ ਮੈਂ ਉੱਥੇ ਆਪ ਜਾਊਂਗਾ, ਉਹਦੇ ਵਿੱਚ ਸ਼ਾਮਲ ਹੋਊਂਗਾ ਤੇ ਚੰਗੀ ਗੱਲ ਆ। ਤੇ ਮੈਂ ਸੋਚਦਾ ਕਿ ਸਿੱਧੂ ਸਾਹਿਬ ਦਾ ਇੱਕ ਸਾਰੂ ਕਦਮ ਨਾਲੇ ਆਪਣੀ ਜਾਣ ਪਛਾਣ ਕਰਾ ਦੇਣਗੇ, ਕਿਉਂਕਿ ਬੜੀ ਦੇਰ ਦੀ ਗੱਲ ਕੀਤੀ ਸੀ ਉਹਨਾਂ ਨੇ। ਤੁਹਾਨੂੰ ਯਾਦ ਆ ਨਾ, ਕੂਏ ਕੋਲ ਪਿਆਸਾ ਜਾਂਦਾ, ਪਿਆਸੇ ਕੋਲ ਕੂਏ ਨਹੀਂ ਆਉਂਦਾ, ਉਹ ਗੱਲ ਕਹਿ ਬੈਠੇ ਸੀ ਤੇ ਮੁੜ ਕੇ ਉਹਨਾਂ ਦੀ ਗਲੇ ਦੀ ਹੱਡੀ ਬਣ ਗਈ ਸੀ। ਤੇ ਹੁਣ ਬਕਾਇਦਾ ਤੌਰ ਤੇ ਉਹ ਜਾ ਕੇ ਉੱਥੇ ਆਪਣੀ ਹਾਜ਼ਰੀ ਲਵਾ ਦੇਣਗੇ ਕਿ ਹਮ ਭਾਈ ਤੁਹਾਡੇ ਸਾਥ ਹੈ, ਜੋ ਵੀ ਹੁਕਮ ਕਰੋਗੇ ਕਰਾਂਗੇ ਅਸੀਂ। ਬਾਅਦ ਦੇ ਵਿੱਚ ਕਹਿ ਵੀ ਦਿੱਤਾ ਸੀ ਵੀ ਜੇ ਮੈਨੂੰ ਹੁਕਮ ਕਰਨ, ਜੇ ਮੈਨੂੰ ਆਗਿਆ ਦੇਣ ਤੇ ਮੈਂ ਕਿਸਾਨਾਂ ਦੇ ਸੰਯੁਕਤ ਮੋਰਚੇ ਜਾਣ ਲਈ ਤਿਆਰ ਹਾਂ। ਤੇ ਇਹ ਉਹਨਾਂ ਵਾਸਤੇ ਗੋਲਡਨ ਚਾਂਸ ਆ। ਇੱਕ ਤੇ ਆਪਣੀ ਗੱਲ ਕਰਾਉਣਗੇ, ਇੱਕ ਉਹਨਾਂ ਦੀ ਸੁਣਨਗੇ, ਤੇ ਇੱਕ ਜਿਹੜਾ ਨਾਲ ਉਹਨਾਂ ਨੂੰ ਜਿਹੜੀ ਉਹਨਾਂ ਅਦਾਲਤ ਲਵਾਉਣੀ ਆ, ਉਹ ਜੋ ਹੁਕਮ ਕਰਨਗੇ ਉੱਥੇ ਹੀ ਫੈਸਲਾ ਲੈ ਲੈਣਗੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਾਂ ਬੰਨਣਾ ਹੈ ਜੀ। ਹਾਂਜੀ ਪੱਟੀ ਸਾਹਿਬ, ਜਿਹੜੀ ਗੱਲ ਚੱਲ ਰਹੀ ਸੀਗੀ ਇਸ ਵਕਤ, ਸਾਬਕਾ ਵਿਧਾਇਕ ਸਮੇਤ 17 ਵਿਅਕਤੀਆਂ ਨੂੰ ਅਦਾਲਤ ਨੇ ਸੁਣਾਈ 1 ਸਾਲ ਦੀ ਸਜ਼ਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਵੇਖੋ ਜੀ, ਜਿਹੜੇ ਜੱਸੀ ਵਿਧਾਇਕ ਨੇ ਸੌਦਾ ਸਾਹਿਬ ਦੇ ਕੁੜਮ ਨੇ, ਇਹਨਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਰੇਲ ਰੋਕੀ ਸੀ ਉੱਥੇ ਬਠਿੰਡੇ ਦੇ ਵਿੱਚ। ਇਹ ਰੇਲ ਰੋਕਣ ਤੇ ਮੁੜ ਕੇ ਇਹਨਾਂ ਤੇ ਪਰਚਾ ਦਰਜ ਹੋਇਆ ਸੀ ਤੇ ਉਸ ਪਰਚੇ ਦੇ ਵਿੱਚ ਹੁਣ ਫੈਸਲਾ ਆਇਆ ਤੇ ਇਹਦੇ ਵਿੱਚ 17 ਵਿਅਕਤੀਆਂ ਨੂੰ 1 ਸਾਲ ਦੀ ਕੈਦ ਹੋਈ ਆ। ਤੇ ਜਦੋਂ 1 ਸਾਲ ਦੀ ਕੈਦ ਹੁੰਦੀ ਹੈ ਜੀ, ਉਦੋਂ ਅਦਾਲਤ ਉਹਨੂੰ ਜੇਲ੍ਹ ਨਹੀਂ ਭੇਜਦੀ। ਅਦਾਲਤ ਕਹਿੰਦੀ ਹੈ ਭਾਈ ਤੁਸੀਂ ਸਪੋਰਟ ਤੇ ਜ਼ਮਾਨਤ ਲੈ ਲਓ ਤੇ ਹਾਈ ਕੋਰਟ ਤੋਂ ਬੇਲ ਲੈ ਲਓ, ਜਾ ਕੇ ਪੱਕੀ ਬੇਲ ਜਾਂ ਹਾਈ ਕੋਰਟ ਲੈ ਲਓ ਤੁਸੀਂ। ਇਸ ਕਰਕੇ ਕੇਸ ਚੱਲੇਗਾ ਅੱਗੇ। ਉਹ ਹੁਣ ਵੇਖੋ ਹਾਈ ਕੋਰਟ ਜਾਣਗੇ, ਹਾਈ ਕੋਰਟ ਕੀ ਕਰਦੀ ਹੈ। ਲੇਕਿਨ ਇਹ ਉਹਨਾਂ ਸਾਬਤ ਕਰਦਾ ਵੀ ਤੁਸੀਂ ਇਹ ਰੇਲ ਰੋਕੋਗੇ ਤੇ ਰੇਲ ਆਪਣਾ ਕੰਮ ਕਰ ਸਕਦੀ ਹੈ, ਸਰਕਾਰ ਆਪਣਾ ਕੰਮ ਕਰ ਸਕਦੀ ਹੈ। ਸੜਕ ਤੇ ਵੀ ਸੜਕ ਤੁਸੀਂ ਰੋਕਦੇ ਹੋ, ਸਰਕਾਰ ਤੁਹਾਡੇ ਮੁਕੱਦਮਾ ਦਰਜ ਕਰ ਸਕਦੀ ਹੈ। ਅੱਗੇ ਵੀ ਇਸ ਤਰ੍ਹਾਂ ਕਈਆਂ ਨੂੰ ਸਜ਼ਾਵਾਂ ਹੋਈਆਂ ਨੇ। ਇਹ ਮੇਰੇ ਖਿਆਲ ਸ਼ਾਇਦ 2015 ਦਾ ਕੇਸ ਸੀ, ਉਦੋਂ ਕਿਸੇ ਕੇਸ ਦੇ ਵਿੱਚ ਇਹਨਾਂ ਰੇਲਾਂ ਰੋਕਿਆ ਸੀ ਤੇ ਜਦੋਂ ਇਹਨਾਂ ਨੂੰ ਸਜ਼ਾ ਹੋਈ ਸੀ ਤੇ ਹੁਣ ਜੱਸੀ ਹੋਰੀ ਵਿਚਾਰੇ ਆਪਣੀ ਜ਼ਮਾਨਤ ਕਰਾਉਣਗੇ ਤੇ ਹਾਈ ਕੋਰਟ ਦਾ ਰੁਖ ਕਰਨਗੇ ਜੀ। ਜੀ ਅਗਲਾ ਮੇਰਾ ਕੁਐਸਚਨ ਅਹਿਮ ਹੈ, ਤੁਹਾਨੂੰ ਦਿੱਲੀ ਲੈ ਕੇ ਚੱਲਣਾ ਸੀਗਾ। ਸਰਨਾ ਸਾਹਿਬ ਨੂੰ ਮੈਂ ਲਾਈਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ, ਤਾਈਓ ਤੁਹਾਨੂੰ ਮੇਨ ਫੇਸ ਤੇ ਚਿਹਰੇ ਤੇ ਲਿਆਂਦਾ ਸੀ ਤੁਹਾਡਾ ਹੋਸਟ। ਸਰਨਾ ਸਾਹਿਬ ਨੇ ਰਿੰਗ ਜਾਰੀ, ਮੇਰੇ ਖਿਆਲ 'ਚ ਗੁੱਡ ਮਾਰਨਿੰਗ ਉੱਥੇ ਚੱਲਦੀ ਪਈ ਆ, ਹੋ ਸਕਦਾ ਵੀ ਜੀ ਹੁਣ ਥੋੜ੍ਹਾ ਜਿਹਾ। ਚੋਣ ਨਿਰਦੇਸ਼ਕ ਵੱਲੋਂ ਬਾਦਲ ਦਲੀਆਂ ਨੇ ਜਿਹੜੀ ਹੈ ਉਹ ਕੱਲ੍ਹ ਆਪਾਂ ਵੀਡੀਓ ਵੀ ਦਿਖਾਈ ਸੀਗੀ, ਜੁੱਤੀ ਸੁੱਟੀ ਜੀਕੇ ਤੇ ਸਰਨਾ ਨੇ ਨਿੰਦਾ ਕੀਤੀ ਹੈ। ਨਿਰਦੇਸ਼ਕ ਨੇ ਕਿਹਾ ਕਿ ਬਾਦਲ ਦਲੀਆਂ ਵੱਲੋਂ ਮਾਰਨ ਦੀ ਸਾਜ਼ਿਸ਼। ਪਰ ਜਿਸ ਤਰੀਕੇ ਦੇ ਨਾਲ ਜੇ ਉੱਥੇ 4 ਬੰਦੇ ਉਹਦੇ ਨਾਲ ਨਾ ਹੁੰਦੇ ਤਾਂ ਕੁਛ ਅਜਿਹੀ ਘਟਨਾ ਵਾਪਰ ਵੀ ਸਕਦੀ ਸੀ। ਸਿਰ ਵੀ ਪਾੜ ਸਕਦੀ ਸੀ, ਲੱਤ ਬਾਂਹ ਵੀ ਟੁੱਟ ਸਕਦੀ ਸੀਗੀ, ਉਹਦੇ ਨਾਲ ਗੁੱਥਮ ਗੁੱਥਾ ਵੀ ਹੋ ਸਕਦਾ ਸੀ, ਉਹਦੀ ਦਸਤਾਰ ਵੀ ਲੈ ਸਕਦੀ ਸੀਗੀ, ਕੁਛ ਵੀ ਹੋ ਸਕਦਾ ਸੀ। ਕਿਉਂਕਿ ਉਸ ਵਕਤ ਤਾਂ ਉਹ ਜੋ ਮਰਨ ਮਰਾਉਣ ਵਾਲੀ ਗੱਲ ਹੀ ਹੁੰਦੀ ਹੈ ਜੀ ਸਥਿਤੀ ਉਸ ਵਕਤ, ਹੈ ਨਾ? ਬਿਲਕੁਲ ਜੀ, ਬਿਲਕੁਲ ਜੀ। ਕੀ ਕਹਿਣਾ ਚਾਹੋਗੇ? ਪਹਿਲੀ ਗੱਲ ਤੇ ਜਿਹੜੀ ਚੋਣ ਪ੍ਰਕਿਰਿਆ ਚੱਲੀ ਆ ਉਹਦੇ ਵਿੱਚ ਬਕਾਇਦਾ ਤੌਰ ਤੇ ਜਿਹੜੀ ਇਹਨਾਂ ਨੇ 2 ਸੀਟਾਂ ਸਰਨਾ ਸਾਹਿਬ ਦੀ ਸੀਟ ਤੇ ਡਿਕਲੇਅਰ ਹੋ ਗਈ। ਲੇਕਿਨ ਜਿਹੜੇ ਬਾਦਲ ਦਲ ਦੇ 2 ਵਿਅਕਤੀ ਸੀ, ਵਿਕਰਮ ਤੇ ਜੌਲੀ, ਉਹਨਾਂ ਦੀਆਂ ਸੀਟਾਂ ਡਿਕਲੇਅਰ ਇਸ ਕਰਕੇ ਨਹੀਂ, ਇੱਕ ਨੂੰ 15 ਵੋਟਾਂ ਮਿਲੀਆਂ, ਇੱਕ ਨੂੰ 12 ਮਿਲੀ। 15-27 ਵੋਟਾਂ ਵੀ ਹੋ ਗਈਆਂ।
15 ਵਾਲਾ ਤੇ ਆ ਜਾਏਗਾ, ਲੇਕਿਨ ਇੱਕ ਵੋਟ ਇਹਨਾਂ ਦੀ ਜਿਹੜੀ ਸੀ ਅਦਾਲਤ ਦੇ ਕੇਸ ਕਰਕੇ ਬੰਦ ਲਿਫਾਫੇ 'ਚ ਪਈ ਆ, ਉਦੋਂ ਖੁੱਲੂਗੀ ਜਦੋਂ ਅਦਾਲਤ ਦਾ ਫੈਸਲਾ ਸ਼ਾਇਦ ਅੱਜ ਹੀ ਆ ਜਾਵੇ ਵੀ ਤੁਸੀਂ ਖੋਲ ਕੇ ਵੋਟ ਬੰਦਾ ਪਾ ਸਕਦਾ। ਉਹ ਰਕਾਈ ਸੀ ਮੰਗਲ ਸਿੰਘ ਜਿਹੜਾ ਇੱਕ ਬੰਦਾ ਸੀਗਾ, ਉਹ 3 ਵੋਟਾਂ ਤੇ ਰਿਹਾ ਸੀ ਸਿਰਫ। ਉਹਨੇ ਕਿਹਾ ਜੀ ਮੇਰੇ ਤਾਂ ਹੇਰਾਫੇਰੀ ਹੋਈ ਹੈ ਜੀ, ਮੁੜ ਜਾਂਚ ਕੀਤੀ ਜਾਵੇ। ਉਹ ਮਾਮਲਾ ਕੋਰਟ ਨੇ ਰੋਕ ਲਾਈ ਸੀ ਵੀ ਇਹਨੂੰ ਜਦੋਂ ਨੋਮੀਨੇਸ਼ਨ ਹੋਈ ਇਹਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਏਗਾ, ਤੇ ਜਿਹੜੇ ਡਾਇਰੈਕਟਰ ਸੀ ਉਹਨੇ ਕੀਤਾ ਵੋਟ ਪਾਤੀ, ਵੋਟ ਪਵਾ ਕੇ ਉਹ ਲਿਫਾਫੇ 'ਚ ਬੰਦ ਕਰਤੀ, ਆਪਣੇ ਕੋਲ ਰੱਖ ਲਈ ਵੀ ਜਦੋਂ ਵੀ ਫੈਸਲਾ ਆਏਗਾ ਜਿਹਦੇ ਵੀ ਹੱਕ 'ਚ ਵੋਟ ਹੋਗੀ ਉਹਦੇ ਹੱਕ 'ਚ ਅਸੀਂ ਪੋਸਟ ਕਰ ਦੇਂਗੇ ਇਹਨੂੰ ਵੀ ਵੋਟ ਮਿਲੀ ਹੈ। ਵੈਸੇ ਉਹ ਨਾ ਵੀ ਹੋਵੇ ਤੇ ਇਹਨਾਂ ਦੇ ਇੱਕ ਬੰਦਾ ਆਉਣਾ ਸੀ ਵਿਕਰਮ, ਉਹ ਆਈ ਜਾਣਾ, ਉਹਦੀ ਕੋਈ ਗੱਲ ਨਹੀਂ ਹੈਗੀ। ਲੇਕਿਨ ਓਪਨਲੀ ਜਿਹੜੀ ਕੱਲ ਡਿਕਲੇਅਰ ਹੋਈ ਉਹ ਸਿਰਫ ਇੱਕ ਸਰਨਾ ਸਾਹਿਬ ਦੀ 18 ਸੀਟਾਂ ਵਾਲਿਆਂ ਦੀ ਡਿਕਲੇਅਰ ਹੋਈ, ਬਾਕੀ ਕਿਸੇ ਦੀ ਨਹੀਂ ਹੋਈ। ਜਿਹੜੀ ਇਹਨਾਂ ਨੇ ਕਿਹਾ ਸੀ ਕਿ 282 ਆ ਸਿੰਘ ਸਭਾਵਾਂ, ਜਿਨ੍ਹਾਂ ਦੇ ਵਿੱਚੋਂ 2 ਲਾਟਰੀ ਨਹੀਂ ਚੁਣੇ ਜਾਣੇ ਸੀਗੇ, ਉਹ ਲਾਟਰੀ ਨਹੀਂ ਚੁਣ ਦੇ ਉੱਤੇ ਜਿਹੜਾ ਸੀ ਬਕਾਇਦਾ ਤੌਰ ਤੇ ਜੀਕੇ ਦੇ ਬੰਦਿਆਂ ਨੇ ਸ਼ਿਕਾਇਤ ਕੀਤੀ ਕਿ ਡਾਇਰੈਕਟਰ ਸਾਹਿਬ ਇਹਦੇ ਵਿੱਚ ਜਲਦੀ ਪਾਈਆਂ ਗਈਆਂ ਸਿੰਘ ਸਭਾਵਾਂ। ਉਹਨਾਂ ਨੇ ਇੱਕ ਐਗਜ਼ਾਮਪਲ ਵੀ ਦੇ ਦਿੱਤੀ, ਦੱਸ ਵੀ ਦਿੱਤਾ ਵੀ ਇਹ ਜਿਹੜੀ ਸਭਾ ਵਾ ਇਹ ਤੇ ਬਕਾਇਦਾ ਤੌਰ ਤੇ ਦਿੱਲੀ ਕਮੇਟੀ ਦਾ ਆਪਣਾ ਗੁਰਦੁਆਰਾ ਵਾ ਜੀ, ਇਹਦੇ ਪ੍ਰਬੰਧ ਵਿੱਚ ਸਿੰਘ ਸਭਾ ਕਿੱਥੋਂ ਆ ਗਈ। ਉਹਦੇ ਵਿੱਚ ਵੀ ਉਹਨੇ ਆਪਣਾ ਜਿਹੜਾ ਫੈਸਲਾ ਉਹ ਰਾਖਰ ਰੱਖ ਲਿਆ ਸਭ ਕੁਝ, ਤੇ ਇਹ ਕਹਿੰਦੇ ਸੀ ਭਾਈ ਤੂੰ ਹੁਣੇ ਡਿਕਲੇਅਰ ਕਰਕੇ ਜਾਏ। ਉਹ ਕਹਿੰਦਾ ਬਿਲਕੁਲ ਨਹੀਂ, ਇਹਦੇ 'ਚ ਮੈਂ ਕਾਨੂੰਨੀ ਰਾਏ ਲਊਂਗਾ, ਕਾਨੂੰਨੀ ਰਾਏ ਲੈਣ ਤੋਂ ਬਾਅਦ ਫਿਰ ਡਿਕਲੇਅਰ ਕਰੂੰਗਾ ਵੀ ਕਾਨੂੰਨ ਕੀ ਕਹਿੰਦਾ। ਜੇ ਤੁਸੀਂ ਗਲਤ ਕੰਮ ਕੀਤਾ ਤੇ ਬਕਾਇਦਾ ਤੌਰ ਤੇ ਜੀ ਨਵੇਂ ਸਿਰੋਂ ਪ੍ਰਕਿਰਿਆ ਸ਼ੁਰੂ ਕੀਤੀ ਜਾਏਗੀ ਜੀ। ਉਹਦੇ ਨਾਲ ਇੱਕ ਸਰਸੇ ਦੀ ਸੀਗੀ, ਸਰਸੇ ਦੇ ਖਿਲਾਫ ਇੱਕ ਸਤਨਾਮ ਸਿੰਘ ਮੈਂਬਰ ਜਾਗੋ ਦਾ ਜੀ ਜੀ। ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਸਰਨੇ ਸੰਗਾ ਕੁਛ ਨਹੀਂ ਕਰਨਾ, ਜੋ ਕਰਨਾ ਮਨਜੀਤ ਨੇ ਕਰਨਾ। ਮਨਜੀਤ ਦੇ 3 ਬੰਦੇ ਸਰਗਰਮ, ਮਨਜੀਤ ਦਾ ਬੰਦਾ ਵਾ ਸਤਨਾਮ ਸਿੰਘ ਖੀਵਾ, ਉਹਨੇ ਇੱਕ ਡਾਇਰੈਕਟਰ ਨੂੰ ਐਪਲੀਕੇਸ਼ਨ ਦਿੱਤੀ ਆ ਕਿ ਸਰਸਾ ਪਹਿਲੀ ਗੱਲ ਤੇ ਮਰਿਆਦਾ ਦੇ ਉਲਟ ਆਪਣੀ ਦਾੜੀ ਰੰਗਦਾ, ਦੂਸਰਾ ਇਹ ਅੰਮ੍ਰਿਤਧਾਰੀ ਨਹੀਂ ਹੈਗਾ, ਤੀਸਰਾ ਉਹਨੇ ਕਿਹਾ ਇਹਦਾ ਦਿੱਲੀ ਐਸੀ ਪਿਛਲੇ ਕੋਈ ਇਲਾਕਾ ਦੇਖਿਆ ਹੀ ਨਹੀਂ, ਨਾ ਉੱਥੇ ਮੈਂਬਰ ਤੇ ਨਾ ਵੋਟਰ। ਅਗਲੀ ਉਹਨੇ ਗੱਲ ਕੀਤੀ ਆ ਵੀ ਜਿਹੜੀ ਇਹਦੀ ਜਿਹੜੀ ਉਹਨਾਂ ਨੋਮੀਨੇਸ਼ਨ ਦਿੱਤੀ ਆ ਉਦੋਂ ਮੀਟਿੰਗ ਤਾਂ ਹੋਈ ਨਹੀਂ ਰਿਜੈਕਟਿਵ ਦੀ, 5 ਤੋਂ ਬਾਅਦ ਰਿਜੈਕਟਿਵ ਦੀ ਕੋਈ ਮੀਟਿੰਗ ਨਹੀਂ ਹੋਈ, ਤੇ ਉਹਨਾਂ ਨੇ ਕਿਵੇਂ ਰਿਜੈਕਟਿਵ ਪਾਸ ਕਰਤਾ ਵੀ ਉੱਥੇ ਮੈਂਬਰ ਨੋਮੀਨੇਟ ਕਰਦੇ ਆ ਜੀ। ਇਸ ਕਰਕੇ ਉਹ ਵੀ ਉਹਨੇ ਕੱਲ ਡਿਕਲੇਅਰ ਨਹੀਂ ਕੀਤੀ, ਤੇ ਬਾਦਲ ਨੇ ਗੁੱਸਾ ਸੀ ਵੀ ਸਾਡੀ ਕੱਲ ਗੱਲ ਮੰਨੀ ਨਹੀਂ ਗਈ ਤੇ ਇਹ ਫਿਰ ਦੇ ਗਲ ਪੈ। ਤੁਸੀਂ ਵੇਖੋ 76 ਜਿਵੇਂ ਮਾਰਿਆ ਉਹਨੇ। ਦੇਖੋ ਜੀ ਉਹ ਵੀਡੀਓ ਉਹਦੇ ਵਿੱਚ ਵੇਖੋ, ਗੱਲ ਇਹ ਹੈ ਕਿ ਜਿਹੜਾ ਜੇ ਚੋਣ ਨਿਰਦੇਸ਼ਕ ਵੱਲੋਂ ਜੋ ਬਾਦਲ ਦਲੀਆਂ ਨੇ ਜੁੱਤੀ ਸੁੱਟੀ, ਜੁੱਤੀ ਦੀ ਨਹੀਂ ਗੱਲ, ਜੁੱਤੀ ਚਲੋ ਸੁੱਟੀ ਜਾਂਦੀ ਆ ਇੱਕ ਰੋਸ ਵਾ, ਪਰ ਜੇ ਉਹਦੇ ਕੋਲ ਸਿਕਿਉਰਿਟੀ ਉਸ ਵਕਤ ਨਾ ਹੁੰਦੀ, ਜੇ ਇਹਨਾਂ ਦਾ ਉੱਥੇ ਥੋੜਾ ਜਿਹਾ ਜ਼ੋਰ ਚੱਲ ਜਾਂਦਾ ਇਸ ਹਜੂਮ ਦਾ ਜਾਂ ਇਸ ਇਕੱਠ ਦਾ, ਉਹਦੀ ਦਸਤਾਰ ਵੀ ਇਹਨਾਂ ਨੇ ਲੱਤ ਚੱਲਦੀ ਸੀ ਗੁੱਥਮ ਗੁੱਥੀ ਦੇ ਵਿੱਚ, ਹੋ ਸਕਦਾ ਉਹਦੇ ਸੱਟ ਪੇਟ ਵੀ ਲੱਗਦੀ, ਹੋ ਸਕਦਾ ਉਹਦੇ ਤੇ ਕੋਈ ਇਹੋ ਜਿਹਾ ਹਮਲਾ ਹੋ ਜਾਂਦਾ ਜਾਂ ਇਹੋ ਜਿਹਾ ਕੋਈ ਵਾਰ ਹੋ ਜਾਂਦਾ ਕਿ ਜਿਵੇਂ ਉਹਨੇ ਕਿਹਾ ਕਿ ਇਹ ਮੈਨੂੰ ਮਾਰਨ ਦੀ ਕੋਸ਼ਿਸ਼ ਸੀਗੀ। ਜਿਸ ਤਰੀਕੇ ਨਾਲ ਹਾਵ ਭਾਵ ਅਸੀਂ ਕੱਲ ਵੀਡੀਓ ਵੀ ਦਿਖਾਈ ਸੀਗੀ, ਗੱਲ ਕੀਤੀ ਸੀਗੀ, ਸੰਭਾਲਣਾ ਤੇ ਗੁਰੂ ਘਰ ਦੀ ਸੇਵਾ ਨੂੰ ਸੰਭਾਲਣਾ, ਤੇ ਇਹ ਹੈ ਕਿ ਗੁਰੂ ਘਰ ਦੀ ਜਿਹੜੀ ਸ਼ੋਭਾ ਹੋਵੇ, ਗੁਰੂ ਘਰ ਦਾ ਜਿਹੜਾ ਚੜਾਵਾ ਉਹ ਸਹੀ ਤਰੀਕੇ ਦੇ ਨਾਲ ਉਸ ਨੂੰ ਵਰਤਿਆ ਜਾਵੇ, ਤੇ ਗੁਰੂ ਦੀ ਚੜ੍ਹਦੀ ਕਲਾ ਵਾਸਤੇ, ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਵਾ ਉਹ ਖਜ਼ਾਨਾ ਜਿਹੜੀ ਸੇਵਾ ਹੈ ਉਹ ਲਾਈ ਜਾਵੇ। ਪਰ ਇੱਥੇ ਤਾਂ ਮਤਲਬ ਜੋ ਕੁਝ ਹੋ ਰਿਹਾ ਹੈ ਉਹ ਤਾਂ ਜੱਗੋਂ 13ਵਾਂ ਹੀ ਹੋ ਰਿਹਾ। ਹਾਂਜੀ, ਆਪਾਂ ਸਵੇਰੇ ਵੀ ਗੱਲ ਕੀਤੀ ਸੀ, ਮੇਰੇ ਨਾਲ ਸਰਦਾਰ ਪਰਮਜੀਤ ਸਿੰਘ ਸਰਨਾ ਜੁੜ ਚੁੱਕੇ ਨੇ ਇਸ ਵਕਤ। ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ, ਵੈਸੇ ਉਹ ਜ਼ਰੂਰੀ ਕੰਮ ਤੇ ਸੀ, ਕਿ 1-2 ਮਿੰਟ ਲੈਣਾ ਚਾਹਾਂਗਾ। ਸਰਨਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹੈਲੋ, ਹਾਂਜੀ ਹਾਂਜੀ ਜੀ, ਸਵਾਗਤ ਹੈ, ਸਮਾਂ ਦੇ ਲਈ 2-4 ਮਿੰਟ ਤੁਹਾਡਾ ਧੰਨਵਾਦ। ਜੋ ਜਿਸ ਤਰੀਕੇ ਨਾਲ ਚੋਣ ਹੋਈ ਹੈ ਬਹੁਤ ਵਧੀਆ, ਤੁਹਾਡੀ ਪਾਰਟੀ ਵੱਲੋਂ ਜਿਹੜਾ ਹੈ ਉਹ ਪ੍ਰਦਰਸ਼ਨ ਜੋ ਵੀ ਹੋਇਆ, ਸਾਹਮਣੇ ਆਈਆਂ ਜਿੰਨੀਆਂ ਸੀਟਾਂ ਮਿਲੀਆਂ ਨੇ, ਉਹਦੇ ਬਾਵਜੂਦ ਤੁਹਾਡਾ ਇੱਕ ਮੈਂਬਰ ਟੁੱਟ ਕੇ ਦੂਜੇ ਪਾਸੇ ਚਲਾ ਗਿਆ। ਸਵੇਰੇ ਅਸੀਂ ਗੱਲ ਕਰ ਰਹੇ ਸਾਂ ਕਿ ਉਹਦੇ ਵਿੱਚ ਜੋ ਉਹਨੇ ਆਪਣਾ ਪੱਖ ਪੇਸ਼ ਕੀਤਾ ਕਿ ਉਹਨੇ ਦਲ ਬਦਲਿਆ, ਜੋ ਤੁਹਾਡੇ ਸਟੇਟਮੈਂਟ ਆਈਆਂ ਸਾਰੀਆਂ ਸਾਂਝੀਆਂ ਕੀਤੀਆਂ ਸੀ, ਪਰ ਤੁਹਾਡਾ ਨਜ਼ਰੀਆ ਕੀ ਹੈ ਸਾਰੇ ਘਟਨਾਕ੍ਰਮ ਦੇ ਉੱਤੇ, ਕੀ ਕਹਿਣਾ ਚਾਹੋਗੇ? ਦੇਖੋ, ਗੱਲ ਹੈ ਕਿ ਅਸਲ ਗੱਲ ਤਾਂ ਹੈ ਕਿ ਚਾਵਲਾ ਸਾਹਿਬ ਮੇਰੇ ਦਿਲ ਵਿੱਚ ਵੀ ਬੜੇ ਵਲਵਲੇ ਹੈਗੇ ਜੀ, ਪਰ ਮੈਂ ਇਹ ਕੌਮ ਦੇ ਸਾਹਮਣੇ ਰੱਖਾਂਗਾ ਤੇ ਸਾਡੀ ਜਿਹੜੀ ਐਗਜ਼ੈਕਟਿਵ ਦੀ ਚੋਣ ਹੈ ਇਹਦੇ ਪੂਰੇ ਹੋਣ ਤੋਂ ਬਾਅਦ ਜੀ। ਬਾਕੀ
ਜਿਹੜੀ ਗੱਲ ਹੈਗੀ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਸਾਡੇ ਜਿਹੜੇ ਮੈਂਬਰ ਸਨ, ਚਲੋ ਇੱਕ ਅੱਧ ਕੋਈ ਉਹ ਨਿਕਲ ਆਇਆ, ਪਰ ਸਾਡੇ ਮੈਂਬਰ ਸਾਰੇ ਗੁਰੂ ਦੇ ਹੁਕਮ ਦੇ ਅਨੁਸਾਰ ਚੱਲਣ ਵਾਲੇ ਨੇ। ਇਹਨਾਂ ਦਾ ਕੱਲ ਦਾ ਜੋ ਨਜ਼ਾਰਾ ਸੀ ਉਹ ਦੁਨੀਆ ਨੇ ਦੇਖ ਲਿਆ ਹੈ, ਔਰ ਕਿਸ ਕਿਸਮ ਦੇ ਮੈਂਬਰ ਇਹਨਾਂ ਨੇ ਚੁਣ ਕੇ ਭੇਜੇ ਨੇ ਉਹ ਤੁਸੀਂ ਉਸ ਤੋਂ ਅੰਦਾਜ਼ਾ ਲਾ ਲਓ। ਇਹ ਲੜਾਈ ਜਿਹੜੀ ਸੀ, ਫਿਰ ਮੈਂ ਬੜੀ ਮੁਸ਼ਕਿਲ ਨਾਲ ਆਪਣੇ ਆਪ ਨੂੰ ਰੋਕ ਰਿਹਾ। ਸਾਰੀ ਗੱਲ ਦਾ ਖੁਲਾਸਾ ਮੈਂ ਐਗਜ਼ੈਕਟਿਵ ਦੀ ਚੋਣ ਤੋਂ ਬਾਅਦ ਜਿਹੜੀ ਹੈਗੀ ਗੱਲ ਕਰਾਂਗਾ, ਪਰ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ, ਜਿਹੜਾ ਅਕਾਲੀ ਦਲ ਪੈਦਾ ਹੋਇਆ ਸੀ ਗੁਰੂ ਮਹਾਰਾਜ ਦੀਆਂ ਗੁਰੂ ਪੰਥ ਦੀਆਂ ਮਰਿਆਦਾ ਤੇ ਪਰੰਪਰਾਵਾਂ ਨੂੰ ਲਾਗੂ ਕਰਨ, ਬਿਲਕੁਲ ਹਾਂਜੀ, ਠੀਕ ਹੈ ਜੀ। ਅੱਜ ਉਹ ਪਰੰਪਰਾ ਕਿੱਥੇ ਗਈ? ਤੁਸੀਂ ਮੈਂਬਰ ਨੂੰ ਖਰੀਦ ਰਹੇ ਹੋ, ਸਿੱਖ ਨੂੰ ਖਰੀਦ ਰਹੇ ਹੋ, ਬਿਲਕੁਲ ਉਸ ਨੂੰ ਮੰਡੀ ਤੇ ਤੁਸੀਂ ਲਾਤਾ, ਹਾਂਜੀ। ਔਰ ਫਿਰ ਤੁਸੀਂ ਖੁੱਲੀ ਆਫਰ ਦੇ ਰਹੇ ਹੋ, ਜਿਸਨੇ ਸਰਨੇ ਦੇ ਖਿਲਾਫ ਵੋਟ ਪਾਉਣ ਨਾ ਜਾਵੇ ਉਹਨੂੰ 50 ਲੱਖ, ਜਿਹੜਾ ਸਾਹਮਣੇ ਆਵੇ ਉਸ ਨੂੰ 1 ਕਰੋੜ। ਇਹ ਗੱਲ ਦਿੱਲੀ ਦਾ ਬੱਚਾ ਜਾਣਦਾ ਹੈ, ਸਾਰੀ ਦੁਨੀਆ ਜਾਣਦੀ ਹੈ, ਕੋਈ ਨਹੀਂ ਜਾਣਦਾ ਤੇ ਮਤਲਬ ਉਹ ਸੁੱਤਾ ਆਇਆ ਹੈ। ਉਸ ਤੋਂ ਬਾਵਜੂਦ ਇੱਕ ਨੂੰ ਛੱਡ ਕੇ ਸਾਡੇ ਕੋਈ ਮੈਂਬਰ ਸਾਡੇ ਕੋਈ ਗਿਰ ਕੋਲ ਗਿਆ, ਔਰ ਕਈ ਤਾਂ ਵਿਚਾਰੇ ਐਸੇ ਹੈਗੇ ਜਿਹੜੇ ਸ਼ਾਇਦ 25-30 ਹਜ਼ਾਰ ਰੁਪਇਆ ਮਹੀਨਾ ਹੀ ਕਮਾਉਂਦੇ ਨੇ, ਜਾਂ ਕੁਝ ਹੋਣਗੇ ਜਿਹੜਾ ਲੱਖ ਸਵਾ ਲੱਖ ਰੁਪਏ ਮਹੀਨਾ ਹੀ ਕਮਾਉਂਦੇ ਹੋਣਗੇ। ਉਹਨਾਂ ਨੇ ਇਸ ਵੱਡੇ ਪੈਸੇ ਨੂੰ ਠੋਕਰ ਮਾਰ ਕੇ ਨਾਲ ਨਿਭੇ। ਇਹਨੂੰ ਗੱਲ ਜਾਣਦੇ ਹੋ। ਸਭ ਤੋਂ ਵੱਡੀ ਗੱਲ ਹੈਗੀ ਕਿ ਇਸ ਤੋਂ ਵੱਧ ਬੇਈਮਾਨੀ ਕੀ ਹੋਏਗੀ ਕਿ ਤੁਸੀਂ ਸਿੰਘ ਸਭਾਵਾਂ ਦੀਆਂ ਪਰਚੀਆਂ ਦੇ ਵਿੱਚ ਘੱਟੋ ਘੱਟ ਅਸੀਂ ਜਿਹੜੀਆਂ 3 ਘੰਟੇ ਰਾਤ ਨੂੰ ਦੇਖੀਆਂ ਸਨ, ਉਹਦੇ ਵਿੱਚ 60 ਸਿੰਘ ਸਭਾਵਾਂ ਐਸੀਆਂ ਸਨ ਜਿਨ੍ਹਾਂ ਦੇ ਪ੍ਰਧਾਨ ਨਕਲੀ ਜਿਹੜੇ ਗੁਰਦੁਆਰੇ ਆਏ ਕੋਈ 5 ਗੁਰਦੁਆਰੇ ਮੇਰੇ ਹਲਕੇ ਵਿੱਚ ਸਰਸੇ ਨੇ ਬਣਾਏ ਹੋਏ ਨੇ, ਪੱਛਮ ਵਿਹਾਰ ਫਲਾਣਾ ਕੁਆਟਰ ਫਲਾਣਾ ਕੁਆਟਰ, ਔਰ ਉਹਦੇ ਪ੍ਰਧਾਨਾਂ ਦੀਆਂ ਪਰਚੀਆਂ ਪਈਆਂ ਹੋਈਆਂ ਨੇ। ਇੱਕ ਇਹਨਾਂ ਦਾ ਪਿਛਲਾ ਮੈਂਬਰ ਸੀ ਨਿਸ਼ਾਨ ਸਿੰਘ, ਉਹਨੇ ਹੀ ਪਤਾ ਨਹੀਂ ਕਿਹੜੇ ਆਪਣੇ ਘਰ ਜੀ ਗੁਰਦੁਆਰਾ ਬਣਾ ਕੇ ਤੇ ਉਹਦਾ ਨਾਂ ਕੀ ਆਪਣਾ ਨਾਂ ਪਾਇਆ ਹੋਇਆ। ਇਹ ਜੇ 50 ਗੁਰਦੁਆਰੇ 60 ਗੁਰਦੁਆਰੇ ਅਸੀਂ ਦੇਖੇ 2-3 ਘੰਟਿਆਂ ਦੇ ਵਿੱਚ, ਉਹਦਾ ਨਾਂ ਕੀ ਹੈ? ਐਪਲੀਕੇਸ਼ਨ ਪਾਤੀ ਗਈ, ਮਨਜੀਤ ਸਿੰਘ ਨੇ ਆਪਣੇ ਜ਼ਿੰਮੇ ਲਿਆ ਵੀ ਮੈਂ ਸਾਰੀ ਕਾਰਵਾਈ ਕਰਾਂਗਾ। ਉਸ ਦੇ ਉੱਤੇ ਡਾਇਰੈਕਟਰ ਨੂੰ ਨਾਲ ਅਸੀਂ ਇਹ ਕਿਹਾ ਵੀ ਤੁਸੀਂ ਸਵੇਰੇ ਇਲੈਕਸ਼ਨ ਹੈ, ਸਾਨੂੰ 7 ਵਜੇ ਤੁਸੀਂ ਗੁਰਦੁਆਰਿਆਂ ਦੀ ਲਿਸਟ ਰਿਲੀਜ਼ ਕਰ ਰਹੇ ਹੋ, ਇਜ਼ ਇਟ ਪੋਸੀਬਲ ਫॉर ਅਸ? ਵਾਈ ਨਾਟ 3 days before, 4 days before, 7 days before, ਤਾਂ ਕਿ ਉਹਨਾਂ ਚ ਹੋਵੇ ਅਸੀਂ ਆਪਣਾ ਇਤਰਾਜ਼ ਕਰ ਸਕੀਏ। ਔਰ ਅਸੀਂ ਜਿਹੜੀ ਡਾਕਟਰ ਹਰਵਿੰਦਰ ਸਿੰਘ ਨੇ ਉੱਥੇ ਗੱਲ ਕੀਤੀ, ਉਹਨੂੰ ਕਿਹਾ ਵੀ ਇਹ ਚਿੱਠੀ ਹੈਗੀ ਆ ਦੇਖ ਲੈ। 15 ਮਿੰਟ ਹਰਵਿੰਦਰ ਸਿੰਘ ਇਸ ਤੇ ਬੋਲਦਾ ਰਿਹਾ ਹੈ, ਡਾਕਟਰ ਕੋਲ ਕੋਈ ਜਵਾਬ ਨਹੀਂ ਸੀ ਕਿ ਖਾਲੀ ਡਾਕਟਰ ਥੋੜੀ ਬੈਠਾ ਸੀ, ਉਹਦੇ ਨਾਲ ਉਹਦਾ ਪੂਰਾ ਸਟਾਫ ਸਾਰੇ ਬੈਠੇ ਹੋਏ ਸਨ, IAS ਅਫਸਰ ਬੈਠੇ ਹੋਏ ਸਨ। ਉਹਦੀ ਮੌਜੂਦਗੀ 'ਚ ਉਹਨੇ ਕਿਹਾ ਕਿ ਆਈ ਹੈਵ ਪਾਵਰ ਟੂ ਪੋਸਟਪੋਨ ਦਾ ਮੀਟਿੰਗ। ਉਸਨੇ ਪੋਸਟਪੋਨ ਕਰਤੀ, ਅਸੀਂ ਉੱਠ ਕੇ ਚਲੇ ਗਏ। ਇਹ ਬਦਮਾਸ਼ੀ ਦੱਸਣ ਲੱਗ ਪਏ ਉਹਦੇ ਨਾਲ। ਮਤਲਬ ਕੱਲ ਅਗਰ ਜਿਹੜਾ ਸੀ ਉੱਥੇ DCP ਖੜਾ ਸੀ ਉੱਥੇ, ਜੀ ਉਸਨੂੰ ਹਰਵਿੰਦਰ ਸਿੰਘ ਨੇ ਕਿਹਾ ਵੀ ਤੂੰ ਇੱਥੇ ਤਮਾਸ਼ਾ ਦੇਖ ਰਿਹਾ ਹੈ, ਤੂੰ ਦੇਖ ਰਿਹਾ ਵੀ ਡਾਇਰੈਕਟਰ ਨੂੰ ਮਾਰਨ ਕੁੱਟਣ ਤੇ ਪੱਕ ਲਵੇ ਤੇ ਫਿਰ ਤੂੰ ਐਕਸ਼ਨ ਲਏਗਾ ਜੀ। ਫਿਰ ACP ਆਪਣਾ ਅਸਿਸਟੈਂਟ ਕਮਿਸ਼ਨਰ ਜੁਆਇੰਟ ਕਮਿਸ਼ਨਰ ਖੜੇ ਸਨ, ਉਹਨਾਂ ਨੇ ਕਿਹਾ ਉਹਨਾਂ ਜੀ ਡੋਂਟ ਵਰੀ ਆਈ ਵਿਲ ਟੇਕ ਐਕਸ਼ਨ, ਤਾਂ ਕਿ ਉਹਦੀ ਜਾਨ ਬਚੀ ਹੈ। ਫਿਰ ਉਹਦੀਆਂ ਕਾਰ ਦੇ ਦਰਵਾਜ਼ੇ ਖੋਲ ਕੇ ਤੁਸੀਂ ਅਟੈਕ ਕਰ ਰਹੇ ਹੋ। ਜੀ 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 ਮੈਨੂੰ ਇਹ ਨਹੀਂ ਸਮਝ ਆਈ ਕਿ ਤੁਹਾਨੂੰ ਕੀ ਭਾਜੜ ਹੈ। ਜੀ 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 ਬਿਲਕੁਲ। ਅਗਰ ਉਹਦੇ ਚ ਲਾਇਬ੍ਰੇਰੀਜ਼ ਨਿਕਲੀਆਂ ਨੇ ਤੇ ਤੁਸੀਂ ਹਫ਼ਤੇ ਬਾਅਦ ਸੇ 10 ਦਿਨ ਬਾਅਦ ਸੇ। ਜੀ 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 ਹਾਂਜੀ। ਮਤਲਬ ਇੱਕ ਦੂਸਰੀ ਗੱਲ, ਉਹ ਖਾਲੀ ਡਾਇਰੈਕਟਰ ਹੈ, IAS ਅਫਸਰ ਹੈ, ਉਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨਰ ਹੈ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਕਰਾਉਣ ਦਾ। ਜੀ ਜੀ ਤੁਸੀਂ ਇਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਕਦੀ ਕਿਸੇ ਇਲੈਕਸ਼ਨ ਕਮਿਸ਼ਨਰ ਦੇ ਉੱਤੇ ਜਾ ਕੇ ਹੱਥ ਪਾ ਸਕਦੀਆਂ, ਹੱਥ ਜੋੜ ਸਕਦੀਆਂ ਨਹੀਂ। ਫਿਰ ਜਿਹੜੀਆਂ ਉਹਨਾਂ ਨੇ ਗਾਲਾਂ ਕੱਢੀਆਂ ਸੀ ਟੈਲੀਫੋਨ ਤੇ ਨਹੀਂ ਦੱਸ ਸਕਦੇ ਜੀ। ਕੋਈ ਐਸੀ ਗੱਲ ਨਹੀਂ ਜਿਹੜੀ ਇਹਨਾਂ ਨੇ ਨਾ ਕੱਢੀ ਹੋਵੇ। ਅਸੀਂ ਪਲੇ ਕਰਦੀਆਂ ਨੇ ਸਰਨਾ ਸਾਹਿਬ। ਰਗਲਾ ਪੰਜਾਬ ਨੇ ਆਪਣੇ IPTV ਬਾਕਸ ਦੇ ਜਿਹੜਾ ਸਾਡਾ YouTube Facebook ਹੈ ਉਹ ਤੇ ਅਸੀਂ ਪਲੇ ਕਰਤੀਆਂ ਨੇ ਕਿ ਆਹ ਸਿੱਖੀ ਹੈ ਜੀ। ਤੁਸੀਂ ਹੋਰ ਕਲੈਰਿਟੀ ਲੈਣੀ ਹੈ ਨਾ ਜੀ। ਇੱਕ ਨੇ ਬਣਾ ਟੈਲੀਗ੍ਰਾਮ ਦੇ ਉੱਤੇ ਇਹਨਾਂ ਦੀਆਂ ਲਈਆਂ ਹੋਈਆਂ ਸਾਰੀ ਵੀਡੀਓ ਬਣਾਈਆਂ ਜੀ ਜੀ।
ਅਗਰ ਤੁਹਾਨੂੰ ਉਹ ਮਿਲ ਜਾਏ ਤਾਂ ਉਹ ਡਿਸਪਲੇ ਕਰਕੇ ਦੇਖੋ, ਫਿਰ ਦੇਖੋ ਹਾਲ ਕੀ ਹੁੰਦਾ ਹੈ। ਡੈਫੀਨੇਟਲੀ, ਪਰ ਸਾਡਾ ਅਸੀਂ ਦਿਲ ਦੁਖੀ ਹੁੰਦਾ ਕਿ ਅਸੀਂ ਜਦੋਂ ਇੱਥੇ ਬੈਠ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਕ ਨਿਮਾਣੇ ਦੇਖੋ ਸਿੱਖ ਜੀ, ਵਜੋਂ ਇਹ ਪ੍ਰਚਾਰ ਕਰਦੇ ਆ ਸਰਨਾ ਸਾਹਿਬ ਮੇਰੀ ਤੇ ਸਿੱਧੀ ਗੱਲ ਹੈ ਜੀ, ਜਿਨ੍ਹਾਂ ਨੇ ਇਹ ਹੱਥ ਲਿਆ, ਆਪਣੇ ਹੱਥ ਲਿਆ, ਦੇ ਸ਼ੁਡ ਬੀ ਡਿਬਾਰਡ ਫॉर ਲਾਈਫ ਟੂ ਬੀ ਮੈਂਬਰ ਆਫ ਦਾ ਐਨੀ ਰਿਲੀਜੀਅਸ ਕਮੇਟੀ। ਜੀ ਅੱਛਾ ਸਰਨਾ ਸਾਹਿਬ, ਦੋ ਚਾਰ ਗੱਲਾਂ ਕਰਨੀਆਂ ਨੇ ਮੈਂ ਤੁਹਾਡੇ ਨਾਲ। ਇੱਕ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਨੂੰ ਪੱਟੀ ਸਾਹਿਬ ਐਨ ਸਾਰਾ ਕੁਝ ਨਚੇੜ ਕੇ ਰੱਖ ਦਿੰਦੇ ਨੇ ਕਿ ਕਿਸ ਤਰੀਕੇ ਨਾਲ ਬੜੇ ਪਾਰਦਰਸ਼ੀ ਤਰੀਕੇ ਨਾਲ ਚੋਣ ਹੁੰਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਅੱਜ ਤੱਕ ਨਹੀਂ ਹੋਈ, ਅੱਜ ਤੱਕ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਜੀ। ਨਹੀਂ, ਪਰ ਸਾਡੀ ਆਪਸੀ ਮੈਂਬਰਾਂ ਦੀ ਖੜਵਾ ਦੇਖੋ, ਇੱਕ ਐਗਜ਼ੈਕਟਿਵ ਦੇ ਵਿੱਚ ਜਿਹੜੀ 1999 ਚ ਹੋਈ ਸੀ, ਉਹਦੇ ਵਿੱਚ ਮੇਰੇ ਨਾਲ 26 ਮੈਂਬਰ ਸਨ। ਮੈਂ ਜ਼ਿਲ੍ਹੇ ਬਾਦਲ ਦਲ ਨੂੰ ਛੱਡ ਕੇ ਬਣਾਇਆ ਸੀ ਆਪਣਾ ਦਲ, ਤੇ ਬਾਦਲਾਂ ਕੋਲ 5 ਸਨ। ਉੱਥੇ ਉਹਨਾਂ ਨੇ ਰੋਲਾ ਪਾਉਣ ਦੀ ਗੱਲ ਕੀਤੀ। ਇਲੈਕਸ਼ਨ ਜਿਹੜੀ ਸੀ ਸ਼ਾਮ ਤੱਕ ਹੋ ਗਈ, 5 ਵਜ ਗਏ, ਇਹ 5 ਵਜ ਕੇ ਚਲੇ ਗਏ ਤੇ ਅਸੀਂ ਆਪਣੀ ਇਲੈਕਸ਼ਨ ਸ਼ੁਰੂ ਕਰਤੀ ਪ੍ਰੋਸੈਸ। ਇੰਨੀ ਦੇਰ ਉਹਨਾਂ ਨੇ ਦਰਵਾਜ਼ੇ ਤੋੜ ਕੇ ਅੰਦਰ ਆ ਗਏ ਔਰ ਇਹਨਾਂ ਨੇ ਆਪਣੇ ਇੱਕ ਮੈਂਬਰ ਕੋਲੋਂ ਮੇਰੀ ਪੱਗ ਉਤਾਰਨ ਦੀ ਕੋਸ਼ਿਸ਼, ਮੈਂ ਤੇ ਰੱਖ ਲਿਆ। ਉੱਥੇ ਹੋਈ ਸੀ ਦੱਬ ਕੇ ਲੜਾਈ। ਇਹਨਾਂ ਪਹਿਲੇ ਹੱਥ ਕੀਤੀ ਸੀ, ਪਰ ਬਾਅਦ ਦੇ ਵਿੱਚ ਅਸੀਂ ਇਹਨਾਂ ਦੇ 4-5 ਆਪਣਾ ਨੂੰ ਉੱਪਰ ਨਹੀਂ ਕਰ ਸਕਦੇ ਸਨ, ਦਬਾ ਕੇ ਕੁਟਾਪਾ ਚੜਿਆ ਜੀ। ਉਸ ਤੋਂ ਇਲਾਵਾ ਕਦੀ ਜਾਂ 1980 ਵਿੱਚ ਜਦ ਜਥੇਦਾਰ ਸੰਤੋਖ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ ਸੀ, ਉਸ ਵਕਤ ਕਿਰਪਾਨਾਂ ਚੱਲੀਆਂ ਸਨ ਮੀਟਿੰਗ ਦੇ ਅੰਦਰ। ਬੜੀ ਸ਼ਰਮ ਵਾਲੀ ਗੱਲ ਹੈ ਕਿ ਗੁਰਦੁਆਰਾ ਸਾਹਿਬ ਦੀਆਂ ਔਰ ਉਹਨੂੰ ਜਥੇਦਾਰ ਸੰਤੋਖ ਸਿੰਘ ਇਸ ਪਾਸੇ ਬਚ ਗਿਆ ਕਿ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਰਿਹਾ ਪੰਜਾਬੀ ਯੂਨੀਵਰਸਿਟੀ ਦਾ, ਉਸਨੇ ਆਪਣੇ ਹੱਥ ਨਾਲ ਨੰਗੀ ਕਿਰਪਾਨ ਨੂੰ ਆਪਣੇ ਹੱਥਾਂ ਨਾਲ ਰੋਕ ਲਿਆ। ਜੀ 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 ਜੀ, ਉਹਦਾ ਹੱਥ ਫੱਟੜ ਹੋ ਗਿਆ, ਬਿਲਕੁਲ ਚੀਰੇ ਪੈ ਗਏ, ਪਰ ਉਸਨੇ ਕਿਰਪਾਨ ਨਹੀਂ ਕੱਢਣ ਦਿੱਤੀ, ਵਰਨਾ ਤੇ ਸ਼ਾਇਦ ਉਸਨੂੰ ਮਾਰ ਹੀ ਦਿੰਦੇ ਉੱਥੇ। ਜੀ ਸਰਨਾ ਸਾਹਿਬ, ਇਸ ਤੋਂ ਇਲਾਵਾ ਕਦੀ ਕੋਈ ਅਜਿਹੀ ਗੜਬੜ ਨਹੀਂ ਹੋਈ ਦਿੱਲੀ ਕਮੇਟੀ ਦੇ ਵਿੱਚ। ਸਰਨਾ ਸਾਹਿਬ 1-2 ਮਿੰਟ ਲਵਾਂਗਾ, 1-2 ਮਿੰਟ। ਇਲੈਕਸ਼ਨ ਪ੍ਰੋਸੈਸ ਵੀ ਤੱਕ ਕਦੀ ਹੋਈ ਨਹੀਂ ਜੀ। ਤੁਸੀਂ ਇਹਨਾਂ ਕੋਲੇ ਪੁੱਛੋ, ਤੁਹਾਡੇ ਕੋਲ ਮੈਂਬਰ ਇੱਕ ਮੈਂਬਰ ਚੁਣਨ ਤੇ ਆ ਗਏ, ਤੁਸੀਂ ਕਿਉਂ ਤੋੜ ਰਹੇ ਹੋ ਮੈਂਬਰ? ਜੀ ਤੁਸੀਂ ਕਹਤਾ ਜੀ ਸੁਖਬੀਰ ਨੇ ਤੇ ਇਹਨਾਂ ਨੇ, ਮੈਂ ਕਿਸੇ ਕਾਸਟ ਦੇ ਸਰਕਲ ਨੂੰ ਬਣਨ ਨਹੀਂ ਦੇਣਾ ਜੀ ਜੀ, ਮੇਰਾ ਭਾਵੇਂ 10 ਕਰੋੜ ਲੱਗ ਜਾਏ ਜੀ। ਅੱਛਾ ਚਲੋ ਸਰਨਾ ਸਾਹਿਬ 1 ਮਿੰਟ, ਨਹੀਂ ਲੱਗਾ ਤੇ ਉਸ ਤੋਂ ਬਾਅਦ ਕਰੋ ਆਰਾਮ ਨਾਲ ਇਲੈਕਸ਼ਨ। ਸਰਨਾ ਸਾਹਿਬ 1 ਮਿੰਟ ਦਿਓਗੇ ਮੈਨੂੰ? ਮੈਂ ਆਪਣੀ ਇਸ ਵਕਤ ਜਿਹੜੀ ਗੱਲਬਾਤ ਹੋ ਰਹੀ ਹੈ ਇਹਦੇ ਵਿੱਚ ਸਵੇਰੇ ਵੀ ਹੋਈ ਸੀ ਗੱਲਬਾਤ, ਤੇ ਮੈਂ ਲੱਖ ਲਾਹਨਤ ਭੇਜੀ ਸੀਗੀ ਇਸ ਮਾਈਕ ਤੇ ਬੈਠ ਕੇ। ਸੌਰੀ, ਵੇਖਣ ਨੂੰ ਮੈਂ ਸਿੱਖ ਨਾ ਲੱਗਦਾ ਹੋਵਾਂ, ਪਰ ਅੰਦਰ ਹੋ ਸਕਦਾ ਕਿ ਮੈਂ ਦਾੜਾ ਪ੍ਰਕਾਸ਼ ਕਰਨ ਨਾਲੋਂ ਜ਼ਿਆਦਾ ਨਿਤਨੇਮੀ ਹੋਵਾਂ। ਮੈਂ ਸਵੇਰੇ ਵੀ ਕਹੀ ਸੀ, ਪਰ ਹੁਣ ਤੁਸੀਂ ਦਾੜਾ ਪ੍ਰਕਾਸ਼ ਹੀ ਕਰ ਲਓ। ਮੈਂ ਤੁਹਾਨੂੰ ਦੱਸਾਂ, 1 ਮਿੰਟ ਜੀ ਗੱਲ ਸੁਣੋ, ਕਰਨਾ ਹੀ ਪੈਣਾ, ਚਲੋ ਕਰ ਲਾਂਗੇ। ਤੁਹਾਡੇ ਵਿਚਾਰ ਹੈਗੇ ਕਿ ਨਹੀਂ, ਜਿਸ ਤਰ੍ਹਾਂ ਤੁਸੀਂ ਸੇਧ ਦੇ ਰਹੇ ਹੋ। 1 ਮਿੰਟ ਸਰਨਾ ਸਾਹਿਬ, ਬਹੁਤ ਵਧੀਆ ਹੋਏਗਾ। ਸਰਨਾ ਸਾਹਿਬ ਇੱਕ ਵਾਰੀ ਗੱਲ ਸੁਣਿਓ। ਜਦੋਂ ਅਸੀਂ ਗੱਲ ਕਰਦੇ ਹਾਂ ਜ਼ਕਰੀਆ ਖਾਨ ਨੇ ਨਵਾਬੀ ਦਿੱਤੀ ਸਿੱਖਾਂ ਨੂੰ, ਤੇ ਨਵਾਬੀ ਠੋਕਰ ਮਾਰ ਦਿੱਤੀ ਸਿੱਖਾਂ ਨੇ, ਹਨਾ? ਅੱਜ ਦੀਆਂ ਤੁਹਾਡੀਆਂ ਆਹ ਚੋਣਾਂ, ਸੌਰੀ ਮੈਂ ਤੁਹਾਡਾ ਲਫ਼ਜ਼ ਵਰਤਿਆ, ਤੁਸੀਂ ਕਿਉਂਕਿ ਪਾਰਟ ਹੋ, ਅੱਜ ਦੀਆਂ ਇਹ ਚੋਣਾਂ ਵੇਖ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜੋ ਕੁਝ ਗੰਦ ਖਰਾਇਆ ਹੋਇਆ, ਜੋ ਗੰਦ ਪਾਇਆ ਹੋਇਆ ਚੋਣਾਂ ਜਿੱਤਣ ਵਾਸਤੇ। ਪੱਟੀ ਸਾਹਿਬ ਨੇ ਸਵੇਰੇ ਗੱਲ ਕੀਤੀ ਸੀ, ਗੁੱਡ ਮਾਰਨਿੰਗ ਸ਼ੋ ਸਾਰੀ ਦੁਨੀਆ ਸੁਣਦੀ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਸਰ ਨੇ ਸ਼ਾਇਦ ਆਪਣੀ ਪਾਕਟ 'ਚ ਪੈਸਾ ਖਰਚ ਦੇਣ ਬਾਏ ਕਰਨ ਵਾਸਤੇ, ਤੇ ਸਿਰਸਾ ਖਰਚੂਗਾ ਗੁਰਦੂ ਦੀ ਗੋਲਤ, ਤੇ ਮੈਂ ਕਿਹਾ ਲੱਖ ਲਾਹਨਤ ਇਹੋ ਜੀ ਪ੍ਰਧਾਨਗੀ ਦੇ। ਪੱਟੀ ਸਾਹਿਬ ਇਹੀ ਕਿਹਾ ਸਵੇਰੇ ਜੀ ਜੀ। ਤੇ ਮੈਨੂੰ ਸਪੈਸ਼ਲ 4 ਬੰਦੇ ਆਏ ਨੇ ਮੇਰੇ ਘਰੇ ਅੱਜ, ਜੱਫੀ ਪਾ ਕੇ ਕਹਿੰਦੇ ਭਾ ਇੰਨਾ ਤਪਿਆ ਨਾ ਕਰ, ਇੰਨਾ ਗਰਮ ਨਾ ਹੋਇਆ ਕਰ, ਆਪਣਾ ਸਰੀਰ ਦਾ ਖਿਆਲ ਰੱਖ। ਮੇਰੀ ਗੱਲ ਸੁਣੋ ਜੀ ਸਰਨਾ ਸਾਹਿਬ, ਇੱਕ ਮੇਰੀ ਗੱਲ ਸੁਣੋ, ਜੇ ਇਹੋ ਜਿਹਾ ਕੁਝ ਹੋ ਰਿਹਾ ਨਾ ਉੱਥੇ, ਤੇ ਮੈਂ ਕਹਿੰਦਾ ਲੱਖ ਲਾਹਨਤੀਆਂ ਇਹੋ ਜਿਹੀਆਂ ਪ੍ਰਧਾਨਗੀਆਂ ਨੇ ਕਿ ਇਸ ਮੂੰਹ ਨਾ ਕਹੋਗੇ ਕਿ ਅਸੀਂ ਨਵਾਬੀਆਂ ਨੂੰ ਠੋਕਰਾਂ ਮਾਰਨ ਵਾਲਿਆਂ ਦੇ ਵਾਰਸ ਹਾਂ। ਕੀ ਦਿੱਲੀ ਦੇ ਸਿੱਖਾਂ ਨੂੰ ਇਹ ਨਹੀਂ ਪਤਾ? ਅੱਛਾ ਗੱਲ ਸੁਣੋ, ਦੂਜਾ ਤੁਹਾਡਾ ਜਿਹੜਾ ਬੰਦਾ ਬਦਲ ਗਿਆ, ਦਲ ਬਦਲ ਗਿਆ, ਤੁਸੀਂ ਕਿਹਾ ਕਿ ਮੈਂ ਸੁਸਾਈਡ ਕਰ ਲਾਂਗਾ, ਬੜੀ ਗੱਲ ਚੱਲੀ, ਚਲੋ ਭਾਵੁਕ ਹੋ ਕੇ ਮੂੰਹ ਚੋਂ ਨਿਕਲ ਜਾਂਦਾ। ਉਸ ਬੰਦੇ ਨੇ ਕਿਹਾ ਕਿ ਮੇਰੇ ਸਿਰ ਤੇ ਕਰਜ਼ਾ। ਮੈਂ ਇਸ ਵਾਸਤੇ ਕੀਤੀ ਸੀ ਕਿ ਇਹਨਾਂ ਮੈਂਬਰਾਂ ਨੂੰ ਜਿਹੜੇ ਮੇਰੇ ਨਾਲ ਸਤਿਕਾਰ ਕਰਦੇ ਹਨ, ਮੇਰੀ ਇਸ ਗੱਲ ਦਾ ਅਸਰ ਰਵੇ ਇਹਨਾਂ ਤੇ ਜੀ। ਪਰ ਉਸ ਬੰਦੇ ਨੇ ਕਿਹਾ ਕਿ ਮੈਂ ਜੀ ਵੇਖੋ ਮੇਰੇ ਸਿਰ ਤੇ ਕਰਜ਼ਾ ਬੜਾ, ਉਹ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਦਾ ਕਰਜ਼ਾ ਉਤਾਰ ਸਕਦਾ, ਸਾਰਾ ਪਰਿਵਾਰ ਵਾਰ ਦਿੱਤਾ।
ਜਿਸ ਦਿੱਲੀ ਦੇ ਤਖਤ ਤੇ ਤੁਸੀਂ ਬੈਠੇ ਹੋ ਉਹਦਾ ਸੇਵਾ ਸੰਭਾਲ ਕਰਨੀ ਆ, ਗੁਰਦੁਆਰਾ ਸਾਹਿਬ ਦੀ, ਉਸ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਦਾ ਤੁਸੀਂ ਕਰਜ਼ ਕਿਦੋਂ ਉਤਾਰ ਸਕਦੇ ਹੋ? ਸੁਣੋ ਮੇਰੀ ਗੱਲ ਚੱਲੀ ਸੀ ਸਵੇਰੇ, ਇਹ ਤਾਂ ਕਰਕੇ ਤੁਹਾਨੂੰ ਲੈ ਕੇ ਆਂਦਾ ਕਿ ਜੇ ਇਹੋ ਜੀ ਗੱਲ ਹੁੰਦੀ ਹੈ ਤੇ ਮੈਂ ਲਾਹਨਤ ਭੇਜਦਾ ਵਾਂ ਉਸ ਬੰਦੇ ਨੂੰ। ਇਹ ਦੁੱਧ ਦੀ ਰਾਖੀ ਬਿੱਲਾ ਬਹਾਉਣ ਵਾਲੀ ਗੱਲ ਆ ਕਿ ਤੇਰਾ ਕਰਜ਼ਾ ਲਾਉਣ ਵਾਸਤੇ ਤੂੰ ਆਪਣਾ ਦਲ ਬਦਲ ਲਿਆ ਤੇ ਤੂੰ ਸਿਰਫ ਤੇ ਸਿਰਫ ਮਨਸ਼ਾ ਲੈ ਕੇ ਚੱਲਿਆ ਸੀ ਮੈਂ ਜਿੱਤ ਜਾਣਾ ਤਾਂ ਆਪਣਾ ਕਰਜ਼ਾ ਲਾਉਂਗਾ, ਮੈਂ ਵਿਕ ਜਾਊਂ, ਤੇ ਤੂੰ ਦਿੱਲੀ ਦੇ ਉਹਨਾਂ ਵੋਟਰਾਂ ਨਾਲ ਅਕਿਰਤ ਘਣਤਾ ਕਮਾਈ, ਧੋਖਾ ਕਮਾਇਆ। ਕੀ ਤੁਹਾਡੇ ਦਿੱਲੀ ਦੇ ਇਸ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹੋ ਜਿਹਾ ਨਹੀਂ ਹੈਗਾ, ਕੁਝ ਇਹੋ ਜਿਹੀ ਧਾਰਨਾ ਨਹੀਂ ਹੈਗੀ, ਇਹੋ ਜਿਹਾ ਕੋਈ ਸੰਵਿਧਾਨ ਨਹੀਂ ਹੈਗਾ ਕਿ ਜੇ ਏਦਾਂ ਬੰਦਾ ਧੋਖਾ ਕਰਦਾ ਤੇ ਉਹਦੀ ਜਿਹੜੀ ਆ ਉਹ ਚੋਣ ਰੱਦ ਕੀਤੀ ਜਾਵੇ? ਦੇਖੋ ਗੱਲ ਹੈ ਕਿ ਮੈਂ ਜਿਹੜੀ ਤੁਸੀਂ ਪੈਸੇ ਦੀ ਗੱਲ ਕੀਤੀ ਹੈ ਕਿ ਨਹੀਂ, ਅੱਗੇ ਮੇਰੇ ਕੋਲ ਕੋਈ 10 20 50 ਲੱਖ ਕਰੋੜ ਮੰਗਣ ਆਂਦਾ ਤੇ ਮੈਨੂੰ ਕੋਈ ਮਿੰਟ ਮੇਰਾ ਲੱਗਦਾ ਸੀ। ਅੱਜ ਮੇਰੇ ਕੋਲ, ਮੈਂ ਸਵੇਰੇ, ਕਿਉਂਕਿ ਮੈਂ ਤੇ 10-8 ਦਿਨ ਰਿਹਾ ਹੋਟਲ ਵਿੱਚ ਸਾਰਿਆਂ ਨਾਲ ਇਕੱਠਿਆ ਰੱਖਿਆ ਸੀ, ਤੇ ਮੇਰੇ ਪੈਸੇ ਨੇ ਲੱਗੇ ਨੇ, ਉਹ ਕਹਿਣਗੇ ਮੇਰੇ ਕੋਲ ਪੈਸੇ ਨਹੀਂ ਹੈਗੇ। ਮੈਂ ਗਿਆਨੀ ਕੇਵਲ ਸਿੰਘ, ਮੇਰੇ ਕੋਲ ਇਲੈਕਸ਼ਨ ਦੇ ਦੌਰਾਨ ਆਏ ਸਨ, ਤੇ ਮੈਂ ਗਿਆਨੀ ਕੇਵਲ ਸਿੰਘ ਨੂੰ ਕਿਹਾ, ਮੈਂ ਕਿਹਾ ਗਿਆਨੀ ਜੀ ਇਲੈਕਸ਼ਨ ਲੰਬੀ ਹੋਣ ਤੋਂ ਬਾਅਦ ਮੇਰਾ ਦਮ ਫੁੱਟ ਗਿਆ, ਦਮ ਫੁੱਲ ਗਿਆ, ਮੇਰੇ ਸਾਥ ਨਹੀਂ ਰਿਹਾ, ਮੈਂ ਇੰਨੇ ਪੈਸੇ ਨਹੀਂ ਲਾ ਸਕਦਾ। ਗਿਆਨੀ ਕੇਵਲ ਸਿੰਘ ਨੇ ਮੈਨੂੰ ਇੱਕ ਗੱਲ ਕਹੀ, ਕਹਿੰਦਾ ਤੂੰ ਲੱਖਾਂ ਕਰੋੜਾਂ ਰੁਪਏ ਖਰਚੇ ਕੀਤੇ, ਤੂੰ ਇਹ ਸਮਝ ਲੈ ਕਿ ਪੰਥ ਨੂੰ ਬਚਾਉਣ ਦੇ ਵਾਸਤੇ, ਪੰਥ ਵਾਸਤੇ ਤੂੰ ਇਹ ਪੈਸੇ ਖਰਚ ਕਰ ਰਿਹਾ। ਮੈਨੂੰ ਉਹਨਾਂ ਦੀ ਗੱਲ ਸਮਝ ਪੈ ਗਈ, ਦਿਮਾਗ 'ਚ ਪੈ ਗਈ, ਤੇ ਮੈਨੂੰ ਹੌਸਲਾ ਮਿਲਿਆ। ਇਹਨਾਂ ਨੇ ਇਲੈਕਸ਼ਨਾਂ ਇਤਨੀਆਂ ਮਹਿੰਗੀਆਂ ਕਰਤੀਆਂ, ਔਰ ਹਾਲੇ ਮੈਂ ਲਫ਼ਜ਼ ਵਰਤਣਾ ਨਹੀਂ ਚਾਹੁੰਦਾ, ਲਫ਼ਜ਼ ਵਰਤਾਂਗਾ ਜਦ ਇਲੈਕਸ਼ਨ ਹੋ ਜਾਏਗੀ, ਫਿਰ ਤੁਹਾਡੇ ਨਾਲ ਗੱਲ ਕਰਾਂਗਾ। ਔਰ ਸਭ ਤੋਂ ਵੱਡੀ ਗੱਲ ਹੈਗੀ ਕਿ ਇਤਨੀ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ 22 ਦੀ ਖਤਮ ਹੋਈ ਹੈ ਤੇ 23 ਤਰੀਕ ਸਵੇਰੇ ਸਰਤਾ ਸੁਖਬੀਰ ਕੋਲ ਚੰਡੀਗੜ੍ਹ ਪਹੁੰਚ ਗਿਆ, ਮੈਨੂੰ ਸ਼੍ਰੋਮਣੀ ਕਮੇਟੀ ਦੀ ਮੈਮਰੀ ਦੇ ਦੇ। ਕਿਉਂ? ਉਹਨਾਂ ਨੂੰ ਇਹ ਉਮੀਦ ਨਹੀਂ ਸੀ ਕਿ ਅਸੀਂ 15 ਸੀਟਾਂ ਵੀ ਲੈ ਕੇ ਜਾਵਾਂਗੇ। ਜਿਹੜੇ ਤੇ ਦੇਖੋ, ਜਿਹੜੀਆਂ ਤੇ ਵੋਟਾਂ ਪਤਾ ਕਿਹੜੀਆਂ ਪਈਆਂ, ਜਿੱਥੇ ਵੋਟਾਂ 40% ਤੋਂ ਵੱਧ ਪੈ ਗਈਆਂ ਉੱਥੇ ਅਸੀਂ ਜਿੱਤੇ ਹਾਂ, ਜਿੱਥੇ 25 30 35 ਪਈਆਂ ਉੱਥੇ ਅਸੀਂ ਹਾਰ ਗਏ ਹਾਂ। ਉਹਦਾ ਇੱਕੋ ਕਾਰਨ ਹੈਗਾ, ਜਿਹੜਾ ਪੈਸੇ ਤੇ ਸ਼ਰਾਬ ਦੇ ਨਾਲ ਵੋਟਾਂ ਪਾਉਂਦਾ ਉਹ ਵੋਟ ਪਾਉਣ ਆ ਗਏ ਪੈਸੇ ਲਾਲਚ ਕਰਕੇ, ਬਾਕੀ ਕਹਿੰਦੇ ਚਲੋ ਜੀ ਰੱਖੜੀ ਅਸੀਂ ਤਿਉਹਾਰ ਮਨਾਈਏ। ਬਿਲਕੁਲ, ਮੈਂ ਸਰਨਾ ਸਾਹਿਬ ਇੱਕ ਗੱਲ ਨਾਲ ਤੁਹਾਡੇ ਨਾਲ 100% ਸਹਿਮਤ ਹਾਂ। ਇੱਥੇ ਸੱਜਣ ਆਏ ਸਨ ਮੇਰੇ ਘਰੇ, ਦਿੱਲੀ ਦੇ ਹੀ ਨੇ, ਉਹਨਾਂ ਨੇ ਇੱਥੋਂ ਕਾਰੋਬਾਰ ਸ਼ੁਰੂ ਕੀਤਾ ਮੇਰੇ ਨਾਲ, ਉਹ ਚਲੋ ਉਹ ਮਿਲਣ ਆਏ ਕਿਸੇ ਸੱਜਣ ਦੇ ਕਹਿਣ ਦੇ ਉੱਤੇ, ਉਹਨਾਂ ਨਾਲ ਗੱਲਾਂ ਬਾਤਾਂ ਚੱਲਦੇ, ਚੋਣਾਂ ਚੱਲਦੀਆਂ ਪਈ ਸੀ, ਕਹਿੰਦੇ ਵੀ ਕੀ ਗੱਲ, ਉਦੋਂ ਇੱਕ ਪੋਲ ਆਇਆ ਸੀ, ਪੱਟੀ ਸਾਹਿਬ ਤੁਸੀਂ ਪੋਲ ਸਾਡਾ ਕੀਤਾ ਸੀਗਾ। ਮੈਂ ਕਿਹਾ ਜੀ ਪੋਲ ਤੇ ਆ ਕਹਿੰਦੇ ਜੀ ਚਲੋ ਵਧੀਆ ਗੱਲ ਆ, ਸਰਨਾ ਸਾਹਿਬ ਆ ਜਾਣ, ਪਰ ਮੈਂ ਕਿਹਾ ਕੀ ਗੱਲ ਇੰਨੀ ਘੱਟ ਹੋਈ ਆ, ਮਤਲਬ ਪੋਲਿੰਗ ਇੰਨੀ ਵੋਟਿੰਗ ਘੱਟ ਹੋਈ ਆ? ਉਹ ਕਹਿੰਦੇ ਜੀ ਖਾਣ ਪੀਣ ਵਾਲਿਆਂ ਦੀ ਵੋਟਿੰਗ ਆ, ਖਾਣ ਪੀਣ ਵਾਲਿਆਂ ਦੇ, ਚੋਣ ਲੜਨ ਵਾਲਿਆਂ ਦੀ ਵੋਟਿੰਗ, ਜਿਹੜਾ ਅਸਲੀ ਸਿੱਖ ਆ ਉਹ ਦਿੱਲੀ ਦਾ ਘਰ ਬੈਠਾ ਹੋਇਆ, ਘਰ ਬੈਠਾ। ਇਹ ਵਰਡਿੰਗ ਮੈਂ, ਇਹ ਪੱਟੀ ਸਾਹਿਬ ਇਹੀ ਵਰਡਿੰਗ ਬੋਲੀ ਸੀ ਜੀ 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 ਜੀ। ਤੇ 100 ਸਾਲ ਬਾਅਦ ਵੀ ਜੇ ਮੈਂ ਜਿੰਦਾ ਰਿਹਾ ਤੇ ਇਹੀ ਵਰਡਿੰਗ ਹੋਊਗੀ, ਕਿਉਂਕਿ ਮੈਂ ਸੱਚ ਬੋਲਿਆ ਕਿ ਮੇਰੇ ਘਰੇ ਬਹਿ ਕੇ ਉਹਨਾਂ ਬੰਦਿਆਂ ਨੇ ਕਿਹਾ, ਮੈਂ ਪੁੱਛਿਆ ਕੀ ਕੁਐਸਚਨ, ਮੈਂ ਕਹਿੰਦੇ ਜੀ ਮੈਨੂੰ ਪੁੱਛਿਆ ਵੀ ਭਾਜੀ ਕਿੱਦਾਂ, ਮੈਂ ਕਿਹਾ ਸ਼ਾਇਦ ਉਹਨਾਂ ਨੇ ਸਵਾਲ ਆਪਣੇ ਪੁੱਛਿਆ ਹੋਊਗਾ, ਮੈਂ ਕਿਹਾ ਵੀ ਕੀ ਗੱਲ ਵੋਟਿੰਗ ਘੱਟ ਹੋਈ? ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਜੀ ਖਾਣ ਪੀਣ ਵਾਲਿਆਂ ਨੇ ਵੋਟ ਪਾਈ ਆ ਤੇ ਜਾਂ ਚੋਣਾਂ ਲੜਨ ਵਾਲਾ ਅਸਲੀ ਦਿੱਲੀ ਦਾ ਸਿੱਖ ਘਰੇ ਬੈਠਾ। ਮੈਂ ਕਿਹਾ ਫੇਰ ਤੇ ਨੁਕਸਾਨ ਹੋਆ, ਜੇ ਅਸਲੀ ਦਿੱਲੀ ਦਾ ਸਿੱਖ ਘਰੇ ਬੈਠਾ ਉਹਨੂੰ ਨਿਕਲਣਾ ਪਊਗਾ, ਪ੍ਰਚਾਰ ਵਾਸਤੇ ਨਿਕਲਣਾ ਪਊਗਾ ਉਹਨੂੰ। ਜੇਕਰ ਸਿੱਖੀ ਬਚਾਉਣੀ ਹੈ, ਦਿੱਲੀ ਦੀ ਐਗਜ਼ਾਮਪਲ ਦਿੱਤੀ ਜਾਂਦੀ ਸੀ ਪੰਜਾਬ ਦੇ ਵਿੱਚ, ਅਸੀਂ ਆਪ ਸੁਣਿਆ, ਸਿੱਖੀ ਕਮਾਉਣੀ ਹੈ ਦਿੱਲੀ ਦੇ ਸਿੱਖਾਂ ਕੋ ਸਿੱਖ ਲਓ। ਪਰ ਦਿੱਲੀ ਦੇ ਸਿੱਖਾਂ ਨੇ ਅੱਜ ਇਹ ਜੇ ਸ਼ਰਾਬ, ਨਸ਼ੇ ਤੇ ਲਾਲਚ ਦੇ ਵਿੱਚ ਆ ਕੇ, ਜਿਵੇਂ ਤੁਹਾਡਾ ਇੱਕ ਉਹ ਗਿਆ ਵਾ ਜਿੱਤਿਆ ਹੋਇਆ ਨੁਮਾਇੰਦਾ, ਤੇ ਲਾਹਨਤ ਹੈ ਇਹੋ ਜਿਹੇ ਫਿਰ ਸਿੱਖ ਹੋਣ ਦੇ, ਜੇ ਸ਼ਰਾਬ ਪੀ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ ਕਮੇਟੀ ਚੁਣਨੀ ਹੈ, ਤੇ ਲੱਖ ਲਾਹਨਤ ਉਹਨਾਂ ਦੇ ਜਿਹੜੇ ਵੋਟਾਂ ਬਾਏ ਕਰਦੇ ਨੇ, ਚੁਣੇ ਹੋਏ ਨੂੰ ਬਾਏ ਕਰਦੇ ਨੇ, ਉਹ ਗੁਰੂ ਦੇ ਸੇਵਾਦਾਰ ਨਹੀਂ ਹੋ ਸਕਦੇ, ਠੀਕ ਹੈ, ਉਹ ਗੁਰੂ ਘਰ ਦੇ ਸੇਵਾਦਾਰ ਨਹੀਂ ਹੋ ਸਕਦੇ, ਗੁਰੂ ਘਰ ਦੇ ਸਿਰਫ ਉਹ ਲਾਲਚੀ ਹੋ ਸਕਦੇ ਨੇ। ਹਾਲੇ ਮੇਰੀ ਜ਼ੁਬਾਨ ਬੰਦ ਹੈਗੀ, ਪਰ ਮੈਂ ਸਵਾਲ ਰੱਖਾਂਗਾ, ਮੈਂ ਇਹ ਵੀ ਕਹਾਂਗਾ ਭਾਈ ਚਲੋ ਹਾਲੇ ਨਹੀਂ ਕਰਦਾ ਜੀ। ਹਾਂ ਜੀ ਪੱਟੀ ਸਾਹਿਬ ਤੁਸੀਂ ਕਹਿ ਰਹੇ ਕੁਝ? ਮੈਂ ਕਹਿ ਰਿਹਾ ਕਿ ਜੇ ਗੁਰੂ ਘਰ ਦੀ ਭਲਾਈ ਵਾਸਤੇ ਕੋਈ ਕੰਮ ਕਰਨਾ ਪੈਂਦਾ ਤੇ ਕਰ ਲੈਣਾ ਕੋਈ ਗੁਨਾਹ ਨਹੀਂ, ਤੁਸੀਂ ਉਹਦਾ ਕਾਰਨ
ਉਹਦਾ ਕਾਰਨ ਹੈ ਜਦੋਂ ਸਰਨਾ ਸਾਹਿਬ ਗਏ ਆ 123 ਕਰੋੜ ਰੁਪਇਆ ਛੱਡ ਕੇ ਗਏ ਆ, ਤੇ ਜੇ ਕਿਤੇ ਉਦੋਂ ਇਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਜਿਹੜਾ ਸੀ ਗ੍ਰੇਡ ਦਿੱਤਾ ਹੁੰਦਾ ਤੇ ਸ਼ਾਇਦ ਇਹਨੂੰ ਹਾਰ ਦਾ ਮੂੰਹ ਨਾ ਸਾਹਮਣਾ ਕਰਨਾ ਪੈਂਦਾ। ਲੇਕਿਨ ਨਹੀਂ ਯਾਰ, ਗੁਰੂ ਘਰ ਦੇ ਪੈਸੇ ਨਜਾਇਜ਼ ਨਹੀਂ ਹੋਣਿਆ। ਅੱਜ ਦੀ ਡੇਟ ਦੇ ਵਿੱਚ ਜਿਹੜੇ ਹਾਲਾਤ ਬਣੇ ਪਏ ਨੇ, ਦਿੱਲੀ ਕਮੇਟੀ ਦੇ ਹਾਲਾਤ ਬਣੇ ਪਏ ਨੇ, ਅੱਜ ਦੀ ਟੌਪ ਦੇ ਸਕੂਲ ਹੁੰਦੇ ਸੀ ਜਿਹੜੇ ਸਾਡੇ ਬੜੇ ਵਧੀਆ ਥਾਵਾਂ ਦੇ ਸਕੂਲ ਹੁੰਦੇ ਸੀ, ਅੱਜ ਉਹ ਜਿਹੜੇ ਸਜੇ ਖਸਤਾ ਹਾਲਤ ਨੇ, ਉਹਨਾਂ ਸਕੂਲਾਂ ਦੇ ਸਿਫਾਰਸ਼ਾਂ ਪਾਉਂਦੇ ਨੇ ਜੀ ਲੋਕ ਐਡਮਿਸ਼ਨ ਲੈਣ ਵਾਸਤੇ। ਤੇ ਜਿਹੜੇ ਸਾਡੇ ਮੈਂਬਰ ਹੈਗੇ ਬਾਦਲ ਦਾ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਆਪਣੇ ਬੱਚੇ ਨੇ ਸਕੂਲ ਨਹੀਂ ਪੜ੍ਹਦੇ, ਇੰਨੀ ਹਾਲਤ ਖਸਤਾ ਹੋ ਗਈ। ਪਾਟੀ ਸਾਹਿਬ ਮੇਰੀ ਭਾਵ ਪੜ ਰਿਹਾ, ਤੁਸੀਂ ਮੰਦਰਾਂ ਦੇ ਬੱਚੇ ਕਹਿ ਰਹੇ ਹੋ ਜੀ। ਹਾਂਜੀ ਸਰਨਾ ਸਾਹਿਬ, ਕਿਸੇ ਦਾ ਬੱਚਾ ਨਹੀਂ ਪੜ ਰਿਹਾ ਸਾਡੇ ਸਕੂਲਾਂ 'ਚ। ਦੇਖੋ ਗੱਲ ਹੈ ਜੀ, 123 ਕਰੋੜ ਰੁਪਇਆ ਕੁਝ ਵੀ ਨਹੀਂ ਹੈਗਾ। ਅਸੀਂ ਆਪਣੇ ਟੈਨਿਓਰ ਦੇ ਵਿੱਚ ਘੱਟੋ ਘੱਟ 300 ਕਰੋੜ ਤੇ ਵੱਧ ਤੋਂ ਵੱਧ 400 ਕਰੋੜ ਰੁਪਏ ਦੀਆਂ ਇਮਾਰਤਾਂ, ਬਿਲਡਿੰਗਾਂ, ਕਾਲਜ ਸਾਰੇ ਬਣਵਾਏ ਨੇ ਚੀਜ਼ਾਂ। ਇਹ ਜਿਹੜਾ 1995 ਦਾ ਨਕਸ਼ਾ ਤੇ ਮੇਰੇ ਜਾਣ ਤੋਂ ਬਾਅਦ ਮੇਰੇ ਛੱਡਣ ਤੋਂ ਨਕਸ਼ਾ ਨਾ 17 ਸਾਲ ਦਾ, ਇਹ ਜ਼ਮੀਨ ਅਸਮਾਨ ਦਾ ਫਰਕ ਹੈਗਾ। ਔਰ ਉਸ ਤੋਂ ਬਾਅਦ ਇਹਨਾਂ ਨੂੰ ਪੁੱਛੋ ਇਹ ਕਿਟ ਲਾਈ ਹੈ, ਪਰ ਕੋਈ ਅਸਰ ਨਹੀਂ ਹੋਇਆ ਦਿੱਲੀ ਦੇ ਸਿੱਖਾਂ ਦੇ ਉੱਤੇ। ਬਿਲਕੁਲ ਇਹੀ ਤੇ ਕਹਿ ਰਹੇ ਆ ਕਿ ਕੋਈ ਅਸਰ ਨਹੀਂ। ਕਰਦੇ ਰਹੇ, ਸਕੂਲ ਬਰਬਾਦ ਹੋ ਗਏ, ਕਾਲਜ ਬਰਬਾਦ ਹੋ ਗਏ, ਕੁਝ ਵੀ ਨਹੀਂ ਰਿਹਾ, ਫਲਾਂ ਨਹੀਂ ਰਿਹਾ। ਪਰ ਗੱਲ ਤੇ ਉਹੀ ਹੈ, ਜਿਨ੍ਹਾਂ ਨੇ ਪੈਸੇ ਲੈ ਕੇ ਸ਼ਰਾਬਾਂ ਲੈ ਕੇ ਵੋਟਾਂ ਪਾਣੀ ਹਨ ਪਾਈਆਂ। ਮੈਂ ਆਪਣੇ ਇੱਕ ਮੈਂਬਰ ਨੂੰ ਕਿਹਾ, ਮੈਂ ਕਿਹਾ ਯਾਰ ਦੇ ਦਿੰਦਾ 10 ਵੋਟਾਂ ਤੂੰ ਆਉਂਦਾ ਤਾਂ ਨਾ 20 ਵੋਟਾਂ ਤੋਂ। ਮਨ ਕਹਿਣਾ ਪਿਆ ਇਹ ਗੱਲ। ਉਹ ਕਹਿੰਦਾ ਜੀ ਮੈਂ ਨਹੀਂ ਵੋਟਣੀ। ਚਲੋ ਆਵਾਂ ਨਾ ਆਵਾਂ। ਚਲੋ ਸਰਨਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬੜਾ ਸਮਾਂ ਦਿੱਤਾ। ਪਰ ਮੇਰੀ ਗੱਲ, ਇੱਕ ਮਿੰਟ, ਇਹ ਗੱਲ ਸੁਣ ਕੇ ਜਾਇਓ ਪਲੀਜ਼। ਮੇਰਾ ਭਾਵਕ ਹੋਣਾ, ਚਲੋ ਇਹਨਾਂ ਦਾ ਕੱਟੀ ਗਈ ਕਾਲ, ਮੇਰਾ ਭਾਵਕ ਹੋਣਾ ਇਸ ਕਰਕੇ ਸੀ ਵੀ ਜੇ ਗੁਰੂ ਦੇ ਘਰ ਦੀ ਸੇਵਾ ਸੰਭਾਲ ਵਾਸਤੇ ਇੱਕ ਦੂਜੇ ਨੂੰ ਲਾਲਚ ਦੇ ਕੇ ਇਸ ਤਰੀਕੇ ਦੇ ਨਾਲ ਅਸੀਂ ਸੇਵਾ ਸੰਭਾਲਣੀ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਕਰੀਆ ਖਾਨ ਵੱਲੋਂ ਦਿੱਤੀ ਗਈ ਨਵਾਬੀ ਕਿ ਇਸ ਮੂੰਹ ਨਾ ਕਹੋਗੇ ਕਿ ਅਸੀਂ ਠੋਕਰਾਂ ਮਾਰੀਆਂ ਸੀ, ਆਹ ਸਿੱਖੀ ਆ। ਕਿਉਂ ਪੱਟੀ ਸਾਹਿਬ? ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ, ਪਰ ਕੀ ਕੀਤਾ ਜਾਏ, ਹੁਣ ਸਾਡਾ ਮੌਸਮ ਇਦਾਂ ਦਾ ਬਣਾ ਦਿੱਤਾ ਗਿਆ। ਚਾਵਲਾ ਸਾਹਿਬ 1997 ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਗੱਡੀ ਪੰਜਾਬ ਤੋਂ ਬਾਹਰ ਜਾਂਦੀ ਸੀ, ਲੋਕ ਗੱਡੀ ਨੂੰ ਮੱਥਾ ਟੇਕਦੇ ਹੁੰਦੇ ਸੀਗੇ। ਅੱਜ ਉਸ ਗੱਡੀ ਨੂੰ ਵੇਖ ਕੇ ਮੂੰਹ ਪਾਸੇ ਕਰ ਲੈਂਦੇ ਆ। ਕੱਲ ਸਰਦਾਰ ਮੰਗਲ ਸਿੰਘ ਇੱਕ ਮੇਜਰ ਰਿਟਾਇਰ ਹੋਏ ਨੇ, ਉਹ ਦੱਸਦੇ ਸੀ ਮੈਂ ਵੀ ਗੱਡੀ ਸੀਗਾ, ਤੇ ਸਾਨੂੰ ਉਹ ਇੱਕ ਜਿਹੜਾ ਸੀ ਬੰਦਾ ਗੱਡੀ ਸਾਡੀ ਖਲੋਤੀ ਉੱਤੇ ਲਿਖਿਆ ਸੀ SGPC ਸ਼੍ਰੋਮਣੀ ਕਮੇਟੀ। ਇੱਕ ਬੰਦਾ ਇਨੌਰ ਦੇ ਵਿੱਚ ਸਾਨੂੰ ਬਕਾਇਦਾ ਤੌਰ ਤੇ ਉਹਨੇ ਆਪਣੇ ਸਾਈਕਲ ਦੇ ਮਗਰਲੇ ਪਾਸੇ ਬ੍ਰੈਡ ਲੱਦੀ ਸੀ। ਜੀ ਦੱਸਿਆ ਤੁਸੀਂ। ਇਹ 30 ਪੇ ਤੇ ਉਹ ਸਾਨੂੰ ਬ੍ਰੈਡ ਫੜਾਵੇ। ਤੇ ਡਾਕਟਰ ਬੋਪਾਰੇ ਕਹਿੰਦੇ ਫੜ ਲਓ ਮੰਗਲ ਸਿੰਘ ਜੀ, ਕੋਈ ਗੱਲ ਨਹੀਂ, ਇਹ ਤੁਹਾਨੂੰ ਨਹੀਂ ਦੇ ਰਿਹਾ, ਇਹ ਗੁਰੂ ਘਰ ਨੂੰ ਦੇ ਰਿਹਾ ਬੰਦਾ। ਮੇਰਾ ਕਹਿਣ ਤੋਂ ਭਾਵ ਹੁਣ ਉਹ ਭਾਵਨਾ ਨਹੀਂ ਰਹੀ ਸਾਡੇ ਦੇ ਵਿੱਚ। ਹੁਣ ਜੇ ਇਹਨਾਂ ਲੁਟੇਰਿਆਂ ਨੂੰ ਕੱਢਣਾ ਤੇ ਉਹਦੇ ਵਾਸਤੇ ਕੁਛ ਨਾ ਕੁਛ ਤੁਹਾਨੂੰ ਆਪ ਉਪਰਾਲੇ ਕਰਨੇ ਪੈਣਗੇ। ਜੇ ਨਹੀਂ ਕਰੋਗੇ ਤੇ ਫਿਰ ਉਹੀ ਹਾਲ ਹੋਊਗਾ ਜੋ ਹੈਗਾ ਵਾ। ਮੈਂ ਹੁਣ ਦੱਸ ਤੁਹਾਨੂੰ, ਦਿੱਲੀ ਦੇ ਵਿੱਚ 8 ਲੱਖ ਵੋਟਰ ਹੈ, ਸਿੱਖ 8 ਲੱਖ ਵੋਟਰ। 8 ਲੱਖ ਦੇ ਵਿੱਚੋਂ ਸਿੱਖਾਂ ਦੇ ਵੋਟ ਕਿੰਨੇ ਬਣੇ ਆ? 3,46,000। ਪੋਲ ਕਿੰਨੇ ਹੋਇਆ? 1,27,000। 7,000 ਵੋਟ ਜਿਹੜੇ ਉਹ ਬਕਾਇਦਾ ਤੌਰ ਤੇ ਕੈਂਸਲ ਹੋਏ, ਰੱਦ ਹੋਏ। ਇਹਨਾਂ ਦੇ ਵਿੱਚੋਂ 50,000 40% ਵੋਟ ਮਿਲੇ ਨੇ ਅਕਾਲੀ ਦਲ ਬਾਦਲ ਨੂੰ। ਪਿਛਲੀ ਵਾਰੀ ਮਿਲੇ ਸੀ 46%। ਸਰਨਿਆਂ ਨੂੰ ਪਿਛਲੀ ਵਾਰੀ 30% ਮਿਲੇ ਸੀ, ਐਤਕੀ ਮਿਲੇ 27%। 36,000 ਵੋਟ ਇਹਨਾਂ ਨੂੰ ਮਿਲੇ ਆ। ਜੀਕੇ ਨੂੰ ਮਿਲੇ 16%। 20,000 ਵੋਟ ਨੂੰ ਮਿਲੇ ਆ। ਤੇ ਬਾਕੀ ਜਿਹੜੀਆਂ 3 ਪਾਰਟੀਆਂ ਸੀ, ਸਿੱਖ ਸਦਭਾਵਨਾ ਦਲ, ਪੰਥਕ ਸੇਵਾ ਲਹਿਰ ਤੇ ਪੰਥਕ ਸੇਵਾ ਦਲ, 3 ਦੀ ਮਾਨਤਾ ਖਤਮ ਕਰ ਦਿੱਤੀ ਗਈ ਹੈ। ਕਿਸੇ ਨੂੰ 2,000 ਵੋਟ ਮਿਲੇ, ਕਿਸੇ ਨੂੰ 4,000 ਵੋਟ ਮਿਲੇ, ਮਾਨਤਾ ਖਤਮ ਉਹਨਾਂ ਦੀ। ਇਸ ਕਰਕੇ ਮੈਂ ਇਹ ਸੋਚਦਾ ਵੀ ਐਤਕੀ ਸਰਨਿਆਂ ਨੂੰ ਇਹ ਸੀ ਵੀ ਸਾਨੂੰ ਵੋਟ ਜਿਹੜੇ ਸੁਹਿਰਦ ਸਿੱਖਾਂ ਨੇ ਪਾ ਦੇਣੇ। ਮੈਂ ਫਿਰ ਉਹੀ ਗੱਲ ਕਰੂੰ, ਸੁਹਿਰਦ ਸਿੱਖ ਆਪਣੇ ਘਰਾਂ ਤੋਂ ਵੋਟ ਪਾਉਣ ਵਾਸਤੇ ਇੱਕ ਕਰੋਨਾ ਪੀਰੀਅਡ ਆ ਗਿਆ, ਇੱਕ ਰੱਖੜੀ ਆ ਗਈ, ਇੱਕ ਵੈਸੇ ਵੀ ਲੋਕੀ ਕਹਿੰਦੇ ਦਫਾ ਕਰੋ ਸਾਰੇ ਚੋਰੇ ਗਏ। ਜਿਹੜੀ ਗੱਲ ਪਹਿਲਾਂ ਗੱਲ ਕੀਤੀ ਆ
ਵੀ ਸ਼੍ਰੋਮਣੀ ਕਮੇਟੀ ਨੂੰ ਲੋਕ ਗੱਡੀ ਨੂੰ ਮੱਥਾ ਟੇਕਦੇ ਤੇ ਮੂੰਹ ਪਾਸੇ ਕਰ ਲੈਂਦੇ। ਉਹੀ ਹਾਲ ਦਿੱਲੀ 'ਚ ਵੀ ਹੋ ਗਿਆ ਜੀ। ਮੇਰੇ ਨਾਲ ਕਾਲਰ ਨੇ, ਉਸ ਤੋਂ ਪਹਿਲਾਂ ਕਿ ਕਾਲਰ ਕੁਝ ਕਹਿਣ, ਬੀਬੀ ਜਗੀਰ ਕੌਰ ਨੇ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਲੜਨ ਦਾ। ਕਹਿੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਹੈ ਪੰਜਾਬ ਸਰਕਾਰ ਦੇ ਬਜਟ ਦੇ ਬਰਾਬਰ ਦਾ। ਬੀਬੀ ਤੂੰ ਪੰਜਾਬ ਦੇ ਮੁੱਖ ਮੰਤਰੀ ਦੇ ਬਰਾਬਰ ਦਾ ਅਹੁਦਾ ਸੰਭਾਲ ਕੇ ਤੇ ਇੱਕ MLA ਦੀ ਚੋਣ ਲੜਨ ਵਾਸਤੇ ਫੇਰ ਕਮਰ ਕੱਸੇ ਕਰ ਰਹੀ ਆ। ਕੀ ਇਹ ਦੋ ਪਦ ਤੇ ਰਹਿ ਸਕਦੀ ਹੈ ਬੀਬੀ? ਇਹ ਵੀ ਇੱਕ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਮੈਂ, ਕਿਉਂਕਿ ਕੀ ਇਹ ਦੋ ਅਹੁਦਿਆਂ ਦੇ ਉੱਤੇ ਵਿਰਾਜਮਾਨ ਹੋ ਸਕਦੀ ਕਿ MLA ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਤੇ ਦਖਲਅੰਦਾਜ਼ੀ ਨਹੀਂ ਕਰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮਾਂ ਦੇ ਵਿੱਚ, ਪੰਥ ਰਤਨ ਕਹਿੰਦੇ ਨੇ, ਤੇ ਬੀਬੀ ਜਗੀਰ ਕੌਰ ਕਹਿੰਦੀ ਹੈ ਕਿ ਵਿਧਾਨ ਸਭਾ ਚੋਣਾਂ ਦਾ ਉਹਨਾਂ ਨੇ ਐਲਾਨ ਕਰ ਦਿੱਤਾ। ਆਮ ਤੌਰ ਤੇ ਅਸੀਂ ਸਾਰੇ ਕਹਿੰਦੇ ਹਾਂ ਕਿ ਪੰਜਾਬ ਦੇ ਬਜਟ ਦੇ ਬਰਾਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਹੈ, ਤੇ ਜੇ ਬੀਬੀ ਉਸ ਬਜਟ ਦੇ ਬਰਾਬਰ ਦੀ ਇੱਕ ਪ੍ਰਧਾਨ ਆ ਤੇ ਉਹਨੂੰ MLA ਦੀ ਚੋਣ ਲੜਨ ਵਾਸਤੇ ਕੀ ਇਹ ਲਾਲਸਾ ਵਾ? ਕਦੋਂ ਖਤਮ ਹੋਊਗੀ? ਸਿੱਖੀ ਫਲਸਫੇ, ਸਿੱਖੀ ਵਿਧਾਂਤ, ਸਿੱਖੀ ਸਿਧਾਂਤ ਕਿੱਥੇ ਨੇ? ਗੱਲਾਂ ਹੀ ਪਹਿਲੀ ਗੱਲ ਤੇ ਕਾਲ ਲੈ ਲਈਏ ਪੱਟੀ ਸਾਹਿਬ, ਕਾਲ ਲੈ ਲਈਏ। ਕਾਲ ਕਾਫੀ ਸਮੇਂ ਤੋਂ ਫਲੈਸ਼ ਕਰ ਰਹੀ ਹੈ ਔਰ ਜਾਣੀ ਪਛਾਣੀ ਕਾਲ ਹੈ। ਵੈਲਕਮ ਜੀ। ਚਾਵਲਾ ਸਾਹਿਬ, ਪੱਟੀ ਸਾਹਿਬ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ, ਜੇਕਰ ਸਰਦਾਰ ਸਾਹਿਬ ਵੀ ਆਨਲਾਈਨ ਹੋਣ ਤੇ ਸਤਿ ਸ੍ਰੀ ਅਕਾਲ, ਨਮਸਕਾਰ। ਨਹੀਂ, ਉਹ ਚਲੇ ਗਏ ਨੇ ਜੀ, ਅੱਜ ਵੀ ਜ਼ਿਆਦਾ ਹੀ ਗਰਮ ਹੋ ਗਿਆ ਕੰਮ। ਨਹੀਂ, ਉਹ ਬੜੀ ਮੈਂ ਤੇ ਇੱਕੋ ਗੱਲ ਕਹਿਣੀ ਸੀ ਉਹਨਾਂ ਨੂੰ ਅੱਜ ਕਿ ਸਿਰਸਾ ਸਾਹਿਬ ਇਲੈਕਸ਼ਨ ਹਾਰ ਗਏ, ਇਹਨੂੰ ਮਾੜੀ ਗੱਲ ਕੀ ਹੋ ਸਕਦੀ? ਕਿਹੜਾ ਬੰਦਾ ਜਿਹੜਾ ਆਪਣੇ ਆਪ ਨੂੰ ਲੀਡਰ ਕਹਾਉਂਦਾ ਤੇ ਅੱਜ ਆਪਣੀ ਸੀਟ ਨਹੀਂ ਬਚਾ ਸਕੇ? ਬੜੀ ਚਲੋ ਉਹ ਤਾਂ ਵੱਡੇ ਨੇਤਾ ਵੀ ਹਾਰ ਜਾਂਦੇ ਨੇ ਆਪਣੀਆਂ ਸੀਟਾਂ ਤੋਂ, ਬੜੇ ਮਹਾਰਥੀ ਹਾਰ ਜਾਂਦੇ ਰਹੇ ਨੇ, ਕਿਹੜੀ ਗੱਲ ਹੈ ਉਹ? ਚਲੋ ਠੀਕ ਹੈ। 77 ਚ ਸ਼੍ਰੀਮਤੀ ਇੰਦਰਾ ਗਾਂਧੀ ਆਪਣੀ ਇਲੈਕਸ਼ਨ ਹਾਰ ਗਏ ਸੀ, ਸੰਜੇ ਗਾਂਧੀ ਹਾਰ ਗਏ ਸੀ। ਬਿਲਕੁਲ ਮੈਂ ਬੋਲਣ ਲੱਗਾ ਸੀਗਾ, ਤੁਸੀਂ ਜੋ ਕਹਿ ਦਿੱਤਾ। ਮੇਰਾ ਮਤਲਬ, ਪਰ ਸਰਸਾ ਸਾਹਿਬ ਦੇਖੋ, ਉਹ ਕਹਿੰਦੇ ਮੈਂ ਪ੍ਰਧਾਨ, ਅਜੇ ਵੀ ਪ੍ਰਧਾਨ ਹੋ ਤੁਸੀਂ, ਹਾਊ ਕੈਨ ਯੂ ਕੈਨ ਬੀ ਪ੍ਰਧਾਨ। ਅੱਛਾ ਪੱਟੀ ਸਾਹਿਬ, ਕੀ ਇਹਦੀ ਇਹ ਜਿਹੜੀ ਹੈ, ਸੌਰੀ ਕਮਲ ਜੀ, ਸੌਰੀ, ਕੀ ਇਹ ਨੋਮੀਨੇਟ ਕੀਤਾ ਜਾ ਸਕਦਾ ਨਾ ਇਹਨਾਂ ਦਾ ਸੰਵਿਧਾਨ ਦੇ ਮੁਤਾਬਕ ਜਿੰਨਾ ਕੀਤਾ? ਬਿਲਕੁਲ ਜਿਹੜਾ ਐਕਟ ਹੈ ਜੀ ਉਹਦੇ ਚ ਲਿਖਿਆ SGPC ਨੋਮੀਨੀ, ਇਹਦੇ ਬਾਅਦ ਕੁਝ ਨਹੀਂ ਲਿਖਿਆ। ਕੋਈ ਕਿਸੇ ਨੂੰ ਵੀ ਕਰ ਸਕਦੀ, ਕਿਸੇ ਨੂੰ ਵੀ ਕਰ ਸਕਦੇ ਆ। ਲੇਕਿਨ ਸਵਾਲ ਇਹ ਨਹੀਂ ਪੈਦਾ ਹੁੰਦਾ, ਸਵਾਲ ਇਸ ਵੇਲੇ ਇਹ ਪੈਦਾ, ਪਹਿਲੀ ਗੱਲ ਤੇ ਉਦੋਂ ਸੱਤੇ ਸਵਾਲ ਪੁੱਛੇ ਜਿੱਥੇ ਅੰਮ੍ਰਿਤਸਰ ਆਇਆ, ਕਿਉਂ ਭੱਜਾ ਉਦੋਂ? ਮੇਰੇ ਸਵਾਲ ਨੂੰ ਜ਼ਰੂਰ ਕੀਤੇ ਤੇ ਡੀਜੀ ਵੀ ਕਹਿੰਦੇ ਚੁੱਪ ਕਰ। ਹੁਣ ਮੇਰਾ ਸਵਾਲ ਉਹਨੂੰ ਉਹੀ ਸੀ ਵੀ ਤੁਹਾਨੂੰ ਨੈਤਿਕਤਾ ਦੇ ਉੱਤੇ ਪ੍ਰਧਾਨਗੀ ਲੈਣ ਦਾ ਕੋਈ ਅਧਿਕਾਰ ਨਹੀਂ, ਤੁਹਾਨੂੰ ਤੁਹਾਡੇ ਸਿੱਖਾਂ ਨੇ ਨਕਾਰਤਾ। ਤੁਸੀਂ ਬੈਕਡੋਰ ਨਹੀਂ ਪ੍ਰਧਾਨਗੀ ਲੈਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਹੋ, ਤੇ ਬੜਾ ਪਿੱਟਿਆ ਸੀ, ਮੈਂ ਉਹ ਕੀਤਾ, ਮੈਂ ਜੇ ਕੀਤਾ, ਉਹ ਕੀਤਾ, ਮੈਂ ਇੰਨਾ ਕੁਛ ਕੰਮ ਕੀਤਾ, ਉਹਦੀ ਕੋਈ ਕਦਰ ਨਹੀਂ ਕਰਦੇ। ਤੁਹਾਨੂੰ ਸਵਾਗਤ ਕਰਨਾ ਚਾਹੀਦਾ ਯਾਰ। ਮੈਂ ਕਿਹਾ ਯਾਰ ਤੂੰ ਪ੍ਰੈਸ ਕਿਉਂ ਕਰ ਰਿਹਾ? ਉਹ ਸਵਾਲਾਂ ਦਾ ਜਵਾਬ ਦੇ। ਸੌਗਾਤ ਤੇਰੇ ਅਸੀਂ ਕਿਸੇ ਨੇ ਕਰਦਾ, ਤੇਰੀ ਗੱਲ ਦੋਰੇ ਤੇਰੇ ਸਰੋਤੇ ਪਾਤੇ, ਚਲੋ ਸਵਾਲ ਕਰ ਕੀ ਕਰ ਲੋ। ਇਸ ਕਰਕੇ ਉਦੋਂ ਇਹ ਭੱਜਾ ਸੀ। ਇਹਨੂੰ ਨੈਤਿਕਤਾ ਦੇ ਤੌਰ ਤੇ ਆਪ ਵੀ ਕਹਿ ਦੇਣਾ ਸੀ ਸੁਖਬੀਰ ਸਿੰਘ ਬਾਦਲ ਨੂੰ, ਜੀ ਵੇਖੋ ਜੀ ਮੈਨੂੰ ਕੀ ਹੋਰ ਕੰਮ ਦੇ ਦਿਓ, ਮੈਂ ਚੋਣ ਹਾਰ ਗਿਆ, ਕਿਸੇ ਹੋਰ ਨੂੰ ਮੌਕਾ ਦੇ ਦਿਓ, ਮੈਂ ਪ੍ਰਧਾਨਗੀ ਨਹੀਂ ਲੈਣੀ। ਦੋ ਰੈਂਕ ਤੇ ਪਹਿਲਾਂ ਮਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ, ਤੇ ਉਹ ਨਹੀਂ ਜਿੱਤੇ ਮਨਜੀਤ ਸਿੰਘ ਜੀਕੇ ਦੇ ਵੇਲੇ ਇਹਨੂੰ ਆਪਣਾ ਕੈਬਨਿਟ ਮੰਤਰੀ ਬਣਾ ਛੱਡਿਆ। ਬਿਲਕੁਲ, ਨਾਲ ਜਨਰਲ ਸੈਕਟਰੀ ਅਕਾਲੀ ਦਲ ਦਾ, ਨਾਲ ਸਪੋਕਸ ਪਰਸਨ। ਹੋਰ ਕੀ ਚਾਹੀਦਾ? ਤੀਜਾ ਤੈਨੂੰ ਪ੍ਰਧਾਨਗੀ ਮਿਲੀ, ਤੂੰ ਫਿਰ ਕਹੀ ਜਾਂਦਾ ਭੇਜੇ ਵੀ, ਤੂੰ ਕਹਿੰਦਾ ਨਹੀਂ ਜੇ ਹਾਰ ਗਿਆ ਤੇ ਕਹਦੇ ਮੈਨੂੰ ਨਹੀਂ ਚਾਹੀਦੀ ਜੀ। ਇੱਕ ਵਾਰੀ ਕਹਿੰਦਾ ਸਹੀ, ਇੱਕ ਵਾਰੀ ਜਨਤਕ ਤੌਰ ਤੇ ਕਹਿੰਦਾ ਵੀ ਮੈਂ ਵੇਖੋ ਜੀ ਮੈਨੂੰ ਲੋਕਾਂ ਨੇ ਫਤਵਾ ਮੇਰੇ ਖਿਲਾਫ ਦਿੱਤਾ, ਮੈਂ ਬਿਲਕੁਲ ਪ੍ਰਧਾਨਗੀ ਨੂੰ। ਬਾਅਦ ਚ ਭਾਵੇਂ ਤੈਨੂੰ ਪਾਰਟੀ ਦਿੰਦੀ ਨਾ ਦਿੰਦੀ, ਕਹਿ ਮੈਨੂੰ ਪਾਰਟੀ ਦਾ ਹੁਕਮ ਹੈ, ਵੱਖਰੀ ਗੱਲ ਸੀ। ਇੱਕ ਵਾਰੀ ਨਹੀਂ ਕਿਹਾ, ਤੂੰ ਤੇ ਆਪ ਤੇਰੇ ਫਿਰਦੇ ਰਹੇ, ਮੈਨੂੰ ਬੁਲਾਓ ਜੀ ਨੋਮੀਨੀ ਛੇਤੀ ਕਰੋ, ਮੈਨੂੰ ਨੋਮੀਨੀ ਆਪਣੇ SGPC ਵੱਲੋਂ। ਇਸ ਕਰਕੇ ਇਸ ਵੇਲੇ ਜਿਹੜੀ ਸਿਚੁਏਸ਼ਨ ਸਾਡੇ ਗੁਰੂ ਧਾਮਾਂ ਦੀ ਬਣੀ ਪਈ ਆ, ਉਹ ਬੜੀ ਮਾੜੀ, ਭਾਵੇਂ ਉਹ ਸ਼੍ਰੋਮਣੀ ਕਮੇਟੀ ਹੋਵੇ ਤੇ ਭਾਵੇਂ ਉਹ ਦਿੱਲੀ ਕਮੇਟੀ ਹੋਵੇ ਤੇ ਭਾਵੇਂ ਉਹ ਪਟਨਾ ਸਾਹਿਬ ਕਮੇਟੀ ਹੋਵੇ। ਪਟਨਾ ਸਾਹਿਬ ਕਮੇਟੀ ਵਾਲੇ ਆ ਕੇ ਮੰਗ ਪੱਤਰ ਦੇ ਕੇ ਗਿਆ ਕਿ ਆ ਜਿਹੜਾ ਪਹਿਲਾ ਸਕੱਤਰ ਸੀ ਉਸ ਚਾਬੀਆਂ ਦੇ ਕੇ ਗਿਆ ਜੀ। ਚਲੋ ਹਾਲਤ ਬੜੀ ਮਾੜੀ ਆ, ਲੇਕਿਨ ਉਹਦੇ ਵਾਸਤੇ ਸਾਡੇ ਸਿੱਖਾਂ ਨੂੰ ਕੋਈ ਸਿਰ ਸਿੱਖਣ ਨੂੰ ਅੱਗੇ ਆਉਣਾ ਪਊਗਾ। ਲੇਕਿਨ ਕੋਈ ਇਸ ਕਰਕੇ ਨਹੀਂ ਆਉਂਦੇ, ਜੇ ਸੁਹਿਰਦ ਸਿੱਖੇ ਆਉਣ ਤੇ ਜੋ ਨਰਿੰਦਰ ਸਿੰਘ ਨੇ ਕੱਲ ਡਾਇਰੈਕਟਰ ਨਾਲ ਹੋਇਆ,
ਉਹੀ ਉਹਨਾਂ ਨੂੰ ਹੋਣਾ ਮੁੜ। ਜੀ ਬੀਬੀ ਜਗੀਰ ਕੌਰ ਚੋਣਾਂ ਲੜਨ ਲਈ ਫਿਰ ਕਮਰ ਕੱਸਾ ਕੱਸ ਰਹੀ ਹੈ, ਉਹਦੇ ਬਾਰੇ ਮੈਂ ਸਵਾਲ ਪੁੱਛਿਆ ਸੀ ਕਿ ਕੀ ਲਾਲਸਾ ਹੀ ਖਤਮ ਨਹੀਂ ਹੋਣੀ? ਜੀ ਐਡੇ ਵੱਡੇ ਦਰ ਦੀ ਸੇਵਾ ਸੰਭਾਲ ਤੁਹਾਨੂੰ ਮਿਲੀ ਹੈ, ਤੁਸੀਂ ਫਿਰ ਐਮਐਲਏ ਵਾਸਤੇ ਮੰਗਤੇ ਬਣ ਕੇ ਵੋਟਾਂ ਮੰਗਣ ਜਾਣਾ? ਦੇਖੋ ਜੀ, ਪਹਿਲੀ ਗੱਲ ਤੇ ਮੈਂ ਇਹ ਗੱਲ ਕਹੂੰਗਾ ਵੀ ਜਥੇਦਾਰ ਅਕਾਲ ਤਖਤ ਨੂੰ ਬੀਬੀ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ। ਕਿਉਂ ਲੈਣਾ ਚਾਹੀਦਾ? ਇੱਕ ਸਿੱਖ ਜਿਹੜਾ ਆਇਆ ਸੀ ਨਾਨਕ ਮਤੇ ਤੋਂ ਉਹਨੂੰ ਕਹਿਤਾ ਉਹ ਤੂੰ ਦਾੜੀ ਰੱਖਦਾ ਪਾਸੇ ਹੋ ਜਾ ਜਾ ਕੇ ਮੈਨੂੰ ਸੇਵਾ ਦਵਾ ਕੇ ਆ। ਤੇ ਬੀਬੀ ਦਾ ਪਹਿਲਾ ਚਿਹਰਾ ਤੇ ਹੁਣਲਾ ਚਿਹਰਾ ਵੇਖ ਲਓ ਤੇ ਉਹਨਾਂ ਰੋਣ ਦੀ ਬਦਲੀ ਰੋਮਾਂ ਦੀ ਬੇਦਬੀ ਨਹੀਂ ਕੀਤੀ। ਪੱਟੀ ਸਾਹਿਬ ਇੱਕ ਐਨਕਾਂ ਸਪਾਂਸਰ ਕਰ ਦਿੰਨੇ ਆ ਬਾਈਫੋਕਲ, ਚੰਗੀ ਗੱਲ ਕਰਦੇ। ਬਾਈਫੋਕਲ ਇਦਾਂ ਕਰਿਓ, ਸੋਨੇ ਦੀ ਝਾੜ ਵਾਲੀਆਂ ਲੈ ਲਿਓ, ਬਸ਼ੱਕ ਦੀ ਜਹੇਦਾਰ ਨੂੰ ਦੇ ਦਿਓ, ਮੇਰੇ ਵੱਲੋਂ ਬਿੱਲ ਦੇ ਦਿਓ, ਉਹਨੂੰ ਕਹੋ ਜੀ ਐਨਕਾਂ ਪੰਥਕ ਐਨਕਾਂ ਬਾਈਫੋਕਲ ਪੰਥਕ ਐਨਕਾਂ ਲਾਓ ਤੇ ਆ ਤਸਵੀਰਾਂ ਬੀਬੀ ਦੀਆਂ ਦੇਖੋ, ਤੁਹਾਨੂੰ ਉਹ ਦਾੜੀ ਰੰਗੀ ਵਾਲਾ ਦਿਖ ਪਿਆ ਤੇ ਕਾਰਜਕਾਰਨੀ ਪ੍ਰਧਾਨ ਸਾਹਿਬ ਆਹ ਚਿਹਰਾ ਵੀ ਦੇਖ ਲਓ। ਰੋਮਾ ਦੀ ਬੇਦਬੀ ਬਾਰੇ ਸਿੱਖ ਧਰਮ ਦੇ ਵਿੱਚ ਕੀ ਲਿਖਿਆ ਹੋਇਆ? ਜੇ ਜਹੇਦਾਰ ਤਾਂ ਜਹੇਦਾਰ ਬਣ ਕੇ ਰਵੋ। ਉਹ ਕਹਾਵਤ ਫਿਰ ਅੰਨਾ ਮੁੰਡੇ ਰੋੜੀਆਂ ਤੇ ਮੁੜ ਮੁੜ ਆਪਣੇ ਨੂੰ ਦਵੇ ਵਾਲੀ ਨਾ ਕਰੋ। ਹੁਣ ਦੂਸਰੀ ਕੀ ਗੱਲ ਜਿਹੜੀ ਤੁਸੀਂ ਕੀਤੀ ਸੀ ਬੀਬੀ ਦੇ ਚੋਣ ਲੜਨ ਦੀ, ਜੀ ਪਹਿਲਾਂ ਉਮੀਦ ਸੀ ਕਿ ਬੀਬੀ ਦੇ ਜਵਾਈ ਭੁਪਿੰਦਰ ਸਿੰਘ ਨੇ, ਉਹਨੂੰ ਯੁਵਰਾਜ ਭੁਪਿੰਦਰ ਸਿੰਘ ਕਹਿੰਦੇ ਸੀ, ਯੁਵਰਾਜ ਭੁਪਿੰਦਰ ਸਿੰਘ ਨੇ ਪਿਛਲੀ ਵਾਰੀ ਚੋਣ ਲੜੀ ਸੀ ਤੇ ਹਾਰ ਗਿਆ ਸੀ ਥੋੜੀਆਂ ਵੋਟਾਂ ਤੇ ਜੀ ਜੀ ਆਪਣੇ ਖਹਿਰੇ ਕੋਲੋਂ। ਹੁਣ ਬੀਬੀ ਜਗੀਰ ਕੌਰ ਜਿਹੜੀ ਆ ਉਹਨੇ ਕੱਲ ਐਲਾਨ ਕਰਤਾ ਕਿ ਮੈਂ ਆਪ ਚੋਣ ਲੜੂਗੀ। ਜਿਹੜੀ ਗੱਲ ਤੁਸੀਂ ਦੋ ਅਹੁਦਿਆਂ ਦੀ ਗੱਲ ਕੀਤੀ ਹੈ, ਜਦੋਂ 1999 ਵਿੱਚ ਬੀਬੀ ਨਾਲ ਐਮਐਲਏ ਸੀ, ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਵੀ ਸੀ। ਸੁੱਚਾ ਸਿੰਘ ਲੰਗਾ ਜ਼ਿਲ੍ਹਾ ਨਾਲ ਮਨਿਸਟਰ ਸੀ, ਨਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਸੀ। ਸੇਵਾ ਸਿੰਘ ਜਿਹੜਾ ਸ਼ੇਖਵਾ ਸੀ ਉਹ ਨਾਲ ਮਨਿਸਟਰ ਸੀ, ਨਾਲ ਮੈਂਬਰ ਵੀ ਸੀ ਐਸਜੀਪੀ। ਤੋਤਾ ਸਿੰਘ ਮਨਿਸਟਰ ਸੀ, ਨਾਲ ਮੈਂਬਰ ਸੀ ਐਸਜੀਪੀਸੀ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਵੇਖੋ ਇੱਕ ਵਿਅਕਤੀ ਤੇ ਇੱਕ ਅਹੁਦਾ, ਉਹ ਕਹਿਣ ਨੂੰ ਆ ਤੇ ਜਦੋਂ ਆਪਣੀ ਗੱਲ ਆਉਂਦੀ ਤੇ ਇੱਕ ਘਰ ਦੇ ਵਿੱਚ ਤੁਸੀਂ 5-5 6-6 ਟਿਕਟਾਂ ਦਿੱਤੀਆਂ ਹੁੰਦੀਆਂ ਐਮਐਲਏ ਦੀਆਂ, ਤੇ ਫਿਰ ਕਿੱਥੇ ਗੱਲ? ਬਿਲਕੁਲ। ਸਰਦਾਰ ਪ੍ਰਕਾਸ਼ ਸਿੰਘ ਬਾਦਲ 1990 ਤੱਕ ਜਿਹੜਾ ਸੀ, 95 ਤੱਕ ਜਿਹੜਾ ਸੀ, ਕਾਂਗਰਸ ਨੂੰ ਕੋਸਦੇ ਰਹੇ। ਇਹ ਪਰਿਵਾਰਵਾਦ ਕਰਦੇ ਆ ਜੀ, ਫਲਾਣਾ ਕਰਦੇ ਆ। ਜੋ 1995 ਚ ਆਪਣਾ ਮੁੰਡਾ ਆ ਗਿਆ, ਮੁੜ ਕੇ ਸਭ ਕੁਝ ਪਰਿਵਾਰਵਾਦ। ਬਿਲਕੁਲ ਜੀ, ਪਰਿਵਾਰ ਕਿਉਂ? ਅੱਛਾ, ਉਹਨਾਂ ਦੇ ਇਹ ਆ ਵੀ ਇਹ ਬਾਦਲ ਸਾਹਿਬ ਦੇ ਸਕਦੇ ਆ ਟਿਕਟਾਂ ਜੀ ਜੀ ਜਿਹਨੂੰ ਮਰਜੀ, ਜਵਾਈ ਨੂੰ ਦੇ ਦੇਣ, ਕੁੜਮ ਨੂੰ ਦੇ ਦੇਣ, ਭਤੀਜੇ ਨੂੰ ਦੇ ਦੇਣ, ਭਣੇਵੇਂ ਨੂੰ ਦੇ ਦੇਣ, ਜਿਹਨੂੰ ਮਰਜੀ ਦੇ ਦੇਣ, ਧੀ ਨੂੰ ਦੇ ਦੇਣ, ਨੌਂ ਨੂੰ ਦੇ ਦੇਣ। ਮੇਰਾ ਖਿਆਲ ਜੀ ਇਲੈਕਸ਼ਨ ਤੋਂ ਪਹਿਲਾਂ ਜਿਹੜੀ 30 ਨਵੰਬਰ ਤੋਂ ਪਹਿਲਾਂ ਬੀਬੀ ਜੀ ਦੀ ਛੁੱਟੀ ਹੋ ਕੇ ਪ੍ਰਧਾਨ ਕੋਈ ਨਵਾਂ ਆ ਜਾਵੇਗਾ। ਜਿਹੜਾ ਪਿਛਲੇ ਦੀ ਪ੍ਰਧਾਨ ਬਣਨਾ ਸੀ, ਉਮੀਦ ਆ ਉਹਦਾ ਐਤਕੀ ਪਤਾ ਲੱਗੇਗਾ। ਬੰਦਾ ਪੜ੍ਹਿਆ ਲਿਖਿਆ ਵਾ, ਐਡਵੋਕੇਟ ਆ, ਚੰਗਾ ਵਾ, ਸਿਆਣਾ ਵਾ, ਘੱਟ ਬੋਲਣ ਵਾਲਾ ਵਾ, ਕਿਸੇ ਸਿਰ ਵਾਲਾ ਨਹੀਂ, ਚੰਗੀ ਗੱਲ। ਚਲੋ, ਮੀਸਲੇ ਬੰਦੇ ਜ਼ਿਆਦਾ ਖਤਰਨਾਕ ਹੁੰਦੇ ਆ, ਬੋਲਣ ਵਾਲੇ ਫਿਰ ਵੀ ਕਦੇ ਬੜਬੋਲੇ ਹੁੰਦੇ ਆ। ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।